हेलो 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 हेलो। हेलो। हाँ जी, गुड मॉर्निंग मैम। हाँ जी, गुड मॉर्निंग जी। हाँ जी, अपना देखो मैडम, हाँ शो जी, कर। मैं शेयर कर रही हूँ। स्क्रीन शेयर हुई है जी, नज़र आ रही है? सर स्लाइड दिख रही है? बिल्कुल जी, बिल्कुल। ठीक है। गुड मॉर्निंग एवरीवन। आवाज़ आ रही है सबनू? हाँ जी, हाँ जी मैम। ठीक है। सो मैं प्रज्ञा चौहान ਅੱਜ ਤੁਹਾਡੇ ਵਾਸਤੇ ਫਿਰ ਤੋਂ ਸਕਿਨ ਐਨਾਲਿਸਿਸ ਦਾ ਪਾਰਟ 2 ਲੈ ਕੇ ਆਈ ਹਾਂ, ਜਿਹਦੇ ਵਿੱਚ ਫਰਦਰ ਅਸੀਂ ਥੋੜਾ ਜਿਹਾ ਰਿਵਾਈਜ਼ ਕਰਦੇ ਹੋਏ ਪਿਛਲਾ ਅਸੀਂ ਅੱਗੇ ਨੂੰ ਕੰਟੀਨਿਊ ਕਰਾਂਗੇ। ਸੋ ਉਸ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਮੈਂ ਥੈਂਕਸ ਕਰਨਾ ਚਾਹਾਂਗੀ ਮਿਸਟਰ ਵਿਜੇਂਦਰ ਧਵਨ ਜੀ ਦਾ, ਡਿਪਟੀ ਡਾਇਰੈਕਟਰ ਆਫ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਵਿੰਗ। ਉਸ ਤੋਂ ਬਾਅਦ ਮੈਂ ਮਿਸਟਰ ਹਰਪ੍ਰੀਤ ਸਿੰਘ ਜੀ ਦਾ ਔਰ ਮੈਮ ਵਿਭਾ ਚੌਹਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਇਹ ਪਲੇਟਫਾਰਮ ਦਿੱਤਾ ਹੈ ਮਿਲਮੀ ਦਾ ਮੈਨੂੰ। ਸੋ ਸਟਾਰਟ ਕਰਨ ਤੋਂ ਪਹਿਲੇ ਜਿਹੜਾ ਥੋੜਾ ਜਿਹਾ ਅੱਜ ਦਾ ਸਟਾਰਟ ਕਰਨ ਤੋਂ ਪਹਿਲੇ ਅਸੀਂ ਰੀਕੈਪ ਕਰਨੇ ਆ ਕਿ ਅਸੀਂ ਪਿਛਲੇ ਸੈਸ਼ਨ ਦੇ ਵਿੱਚ ਸਕਿਨ ਐਨਾਲਿਸਿਸ ਦੇ ਪਾਰਟ 1 ਚ ਕੀ ਕਵਰ ਕੀਤਾ ਸੀ। ਸਭ ਤੋਂ ਪਹਿਲੇ ਅਸੀਂ ਕਵਰ ਕੀਤਾ ਸੀ ਵਾਈ ਟੂ ਸਟੱਡੀ ਅਬਾਊਟ ਸਕਿਨ, ਕਿ ਸਾਨੂੰ ਜ਼ਰੂਰਤ ਹੀ ਕਿਉਂ ਹੈ ਕਿ ਅਸੀਂ ਸਕਿਨ ਦੇ ਉੱਤੇ ਪੜ੍ਹੀਏ। ਸੋ ਜਿਹੜਾ ਵੀ ਕੋਈ ਅੱਛਾ ਬਿਊਟੀਸ਼ੀਅਨ ਹੈ, ਬਿਊਟੀ ਥੈਰੇਪਿਸਟ ਹੈ ਆਉਣ ਵਾਲੇ ਟਾਈਮ 'ਚ ਜਿਹੜਾ ਆਉਣ ਵਾਲਾ ਹੈ, ਸੋ ਉਹਨੂੰ ਜ਼ਰੂਰਤ ਹੁੰਦੀ ਹੈ ਇੱਕ ਅੱਛਾ ਫੇਸ਼ੀਅਲ ਕਰਨ ਵਾਸਤੇ, ਸਕਿਨ ਨੂੰ ਐਨਾਲਾਈਜ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸਕਿਨ ਦਾ ਐਕਸਪੋਜ਼ਰ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਹਾਰਡ ਵਾਟਰ, ਪੋਲਿਊਸ਼ਨ, ਯੂਵੀ ਰੇਜ਼ ਜਿਹੜਾ ਹੈ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਜਾ ਰਹੀਆਂ ਹਨ। ਸੋ ਇੱਕ ਅੱਛਾ ਬਿਊਟੀ ਥੈਰੇਪਿਸਟ, ਇੱਕ ਸਕਸੈਸਫੁਲ ਬਿਊਟੀ ਥੈਰੇਪਿਸਟ ਉਹੀ ਹੈ ਜਿਹੜਾ ਕਿ ਅੱਛੀ ਤਰ੍ਹਾਂ ਪ੍ਰੋਬਲਮ ਨੂੰ ਸਮਝ ਸਕੇ, ਸਕਿਨ ਨੂੰ ਸਮਝ ਸਕੇ, ਉਹਦਾ ਸਟਰਕਚਰ ਸਮਝ ਸਕੇ ਔਰ ਉਹਦੇ ਉੱਤੇ ਕੌਨਫੀਡੈਂਟਲੀ ਗੱਲ ਕਰ ਸਕੇ ਕਿ ਆਪਣੇ ਕਲਾਇੰਟਸ ਦੇ ਨਾਲ। ਸੋ ਸੇਮ ਉਹੀ ਹੈ ਜੀ, ਬਿਊਟੀ ਥੈਰੇਪਿਸਟ ਦਾ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਕਲਾਇੰਟਸ ਨੂੰ ਕੌਨਫੀਡੈਂਟਲੀ ਫੇਸ ਕਰੇ। ਸੋ ਕੁਝ ਫੈਕਟਸ ਨੇ ਸਕਿਨ ਦੇ ਬਾਰੇ ਜਿਹਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ ਕਿ ਸਕਿਨ ਜਿਹੜਾ ਹੈ ਸਾਡਾ ਸਕਿਨ ਹੈ ਜੀ ਜਿਹੜਾ ਸਾਡਾ ਇੱਕ ਆਰਗਨ ਹੈ, ਸੈਂਸਰੀ ਆਰਗਨ ਇਹਨੂੰ ਕਿਹਾ ਜਾਂਦਾ ਹੈ, ਜਿਹਦੇ ਤੋਂ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਕੋਈ ਹੀਟ ਹੈ, ਕੋਲਡ ਹੈ। ਸੋ ਸਕਿਨ ਜਿਹੜਾ ਇੱਕ ਜਾਇੰਟ ਵਾਸ਼ੇਬਲ, ਸਟ੍ਰੈਚੇਬਲ, ਟਫ, ਵਾਟਰਪ੍ਰੂਫ ਸੈਂਸਰੀ ਆਰਗਨ ਹੈ। ਸੋ ਬਾਡੀ ਦਾ ਸਕਿਨ ਜਿਹੜਾ ਹੈ, ਥਿਕਨੈਸ, ਬਲੱਡ, ਨਰਵ ਸਪਲਾਈ, ਕਲਰ, ਇਹ ਸਾਰਾ ਕੁਝ ਸਾਨੂੰ ਜਿਹੜਾ ਹੈ ਸਬ ਸਟਰਕਚਰ ਜਿਹੜਾ ਹੈ ਸਕਿਨ ਤੋਂ ਹੀ ਐਨਾਲਾਈਜ਼ ਕੀਤਾ ਜਾਂਦਾ ਹੈ। ਸੋ ਸਕਿਨ ਜਿਹੜਾ ਹੈ ਸਾਡਾ 15%, ਅਗਰ ਕਿਸੇ ਦਾ weight ਜਿੰਨਾ ਵੀ ਹੈ ਉਹਦਾ 15% ਜਿਹੜਾ ਉਹ ਸਕਿਨ ਅਸਿਊਮ ਕੀਤਾ ਜਾਂਦਾ ਹੈ ਕਿ ਹੁੰਦਾ ਹੈ, ਔਰ ਇਹਦੀ ਥਿਕਨੈਸ ਜਿਹੜੀ ਹੈ ਉਹ ਲੈਸ ਦੈਨ 0.1 mm ਤੋਂ ਲੈ ਕੇ 1.5 mm ਤੱਕ ਜਿਹੜਾ ਹੈ ਉਹ ਮੇਜਰ ਹੁੰਦੀ ਹੈ। ਸੋ ਸਭ ਤੋਂ ਘੱਟ ਜਿਹੜਾ ਜਿਹਨੂੰ ਕਹਿੰਦੇ ਥਿਨੈਸਟ ਪਾਰਟ ਹੁੰਦਾ ਉਹ ਸਾਡਾ ਆਈਲਿਡਸ ਤੇ ਹੁੰਦਾ ਹੈ, ਔਰ ਸਭ ਤੋਂ ਥਿਕੈਸਟ ਪਾਰਟ ਜਿਹੜਾ ਸਾਡਾ ਹੁੰਦਾ ਹੈ ਜੀ ਉਹ ਹੈਂਡਸ ਔਰ ਸੋਲਸ ਉੱਤੇ ਪਾਇਆ ਜਾਂਦਾ ਹੈ। ਸੋ ਸਕਿਨ ਜਿਹੜਾ ਹੈ ਵਾਈਟਲ ਆਰਗਨ ਹੈ ਸਾਡਾ, ਜਿਹੜਾ ਪੂਰਾ ਬਾਡੀ ਨੂੰ ਕਵਰ ਕਰ ਰਿਹਾ ਔਰ ਪ੍ਰੋਟੈਕਟ ਕਰਦਾ ਹੈ ਸਾਨੂੰ ਅਗੇਂਸਟ ਕੋਈ ਇੰਜਰੀ ਦੇ, ਕੋਈ ਬੈਕਟੀਰੀਆ ਦੇ, ਵਾਇਰਸ ਦੇ। ਸੋ ਜਿੰਨਾ ਸਕਿਨ ਸਾਡਾ ਹੈਲਦੀ ਹੁੰਦਾ ਹੈ ਉਨਾ ਹੀ ਅਟੈਕ ਵਾਇਰਸ, ਬੈਕਟੀਰੀਆ ਦਾ ਘੱਟ ਹੁੰਦਾ ਹੈ। ਸੋ ਸਕਿਨ ਇਜ਼ ਦ ਬਾਡੀਜ਼ ਲਾਰਜੈਸਟ ਆਰਗਨ। ਸੋ ਸਭ ਤੋਂ ਵੱਡਾ ਆਰਗਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ। ਸੋ 0.5 mm ਤੋਂ ਲੈ ਕੇ 2 mm ਤੱਕ ਦੀ ਥਿਕਨੈਸ ਇਹਦੀ ਜਿਹੜੀ ਹੈ ਮੈਜਰ ਕੀਤੀ ਜਾਂਦੀ ਹੈ, ਔਰ weight ਜਿਹੜਾ ਹੈ ਅਪਰੋਕਸੀਮੇਟਲੀ ਸਕਿਨ ਦਾ 3 ਤੋਂ 4 ਕਿਲੋ ਤੱਕ ਜਿਹੜਾ ਹੈ ਅਸਿਊਮ ਕੀਤਾ ਜਾਂਦਾ ਹੈ। ਸੋ ਹੀਟ, ਲਾਈਟ, ਇੰਜਰੀ, ਇਨਫੈਕਸ਼ਨ, ਕੋਈ ਵੀ ਜਿਹੜੀ ਚੀਜ਼ ਹੈ ਇਹਨਾਂ ਤੋਂ, ਐਕਸੀਡੈਂਟਸ ਤੋਂ ਸਾਨੂੰ ਪ੍ਰੋਟੈਕਟ ਕਰਦਾ ਹੈ ਸਕਿਨ। ਸਾਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਸੈਂਸ ਆਫ ਟੱਚ ਹੈ, ਸੈਂਸਰ ਹੈ ਇਹਦੇ ਵਿੱਚ ਇੱਕ ਤਰ੍ਹਾਂ ਦਾ, ਸੋ ਜਿਹੜਾ ਕਿ ਟੱਚ ਕਰਨ ਤੇ ਸਾਨੂੰ ਗਾਈਡ ਕਰਦਾ ਹੈ ਕਿ ਇਹ ਸਭ ਜਿਹੜਾ ਹੈ ਹੀਟ ਹੈ, ਲਾਈਟ ਹੈ, ਇੰਜਰੀ ਹੋ ਰਹੀ ਹੈ ਜਾਂ ਇਨਫੈਕਸ਼ਨ ਹੋ ਰਹੀ ਹੈ। ਸੋ ਨੈਕਸਟ ਆਉਂਦਾ ਹੈ ਜੀ ਰੈਗੂਲੇਟ ਕਰਨ 'ਚ ਬਾਡੀ ਦੇ ਟੈਂਪਰੇਚਰ ਨੂੰ
ਜਿਸ ਤਰ੍ਹਾਂ ਟੈਂਪਰੇਚਰ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਰੈਗੂਲੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਸਕਿਨ। ਸੋ ਸਕਿਨ ਦਾ ਜਿਹੜਾ ਹੈ ਉਹ ਲੈਵਲ ਟੈਂਪਰੇਚਰ ਦਾ ਜਿਹੜਾ ਹੈ ਉਹ ਕਾਂਸਟੈਂਟ ਹੋਣਾ ਚਾਹੀਦਾ ਹੈ। ਸੋ ਇਸ ਤੋਂ ਇਲਾਵਾ ਸਕਿਨ ਜਿਹੜਾ ਹੈ ਵਾਟਰ, ਫੈਟ, ਵਿਟਾਮਿਨ ਡੀ, ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਆਪਣੇ ਅੰਦਰ ਉਹਨਾਂ ਦੇ ਵਿੱਚ ਹੁੰਦੀਆਂ ਹਨ ਸਕਿਨ ਦੇ ਅੰਦਰ, ਜਿਹੜਾ ਕਿ ਸਾਡਾ ਇੱਕ ਹੈਲਦੀ ਇਮਿਊਨ ਸਿਸਟਮ ਨੂੰ ਜਿਹੜਾ ਹੈ ਉਹ ਰੱਖਣ ਦੇ ਵਿੱਚ ਹੈਲਪ ਕਰਦੀਆਂ ਹਨ। ਸਾਡਾ ਇਮਿਊਨ ਸਿਸਟਮ ਠੀਕ ਹੋਏਗਾ, ਸਟਰੋਂਗ ਹੋਏਗਾ ਤੇ ਸਾਨੂੰ ਡਿਜ਼ੀਜ਼ਸ ਜਿਹੜੀਆਂ ਹਨ ਉਹ ਘੱਟ ਇਫੈਕਟ ਕਰਨਗੀਆਂ। ਉਸ ਤੋਂ ਬਾਅਦ ਜੀ ਅਸੀਂ ਕਲਾਸਿਸ ਆਫ ਸਕਿਨ ਕੀਤਾ ਸੀ। ਕਲਾਸਿਸ ਆਫ ਸਕਿਨ 'ਚ ਬੇਸਿਕਲੀ ਜਿਹੜੀਆਂ ਦੋ ਤਰ੍ਹਾਂ ਦੀਆਂ ਸਕਿਨ ਜਿਹੜੀਆਂ ਹਨ ਉਹਨਾਂ ਦੇ ਉੱਤੇ ਅਸੀਂ ਸਟੱਡੀ ਕਰਦੇ ਹਾਂ। ਪਹਿਲਾ ਹੁੰਦਾ ਹੈ ਜੀ ਥਿਕ ਹੇਅਰਲੈਸ ਐਂਡ ਦੂਸਰਾ ਹੁੰਦਾ ਹੈ ਜੀ ਥਿਨ ਹੇਅਰੀ ਸਕਿਨ। ਥਿਕ ਹੇਅਰਲੈਸ ਸਕਿਨ ਕਿਹੜੀ ਹੁੰਦੀ ਹੈ? ਹੇਅਰਲੈਸ ਸਕਿਨ ਜਿਸ ਤਰ੍ਹਾਂ ਨਾਮ ਤੋਂ ਪਤਾ ਲੱਗਦਾ ਹੈ ਕਿ ਉਹ ਸਕਿਨ ਜਿਹਦੇ ਉੱਤੇ ਸਾਡੇ ਹੇਅਰ ਨਹੀਂ ਹੁੰਦੇ ਹੈ। ਯੂਜਲੀ ਇਹ ਵਾਲਾ ਸਕਿਨ ਜਿਹੜਾ ਹੁੰਦਾ ਹੈ ਸਾਡਾ ਹੈਂਡਸ ਔਰ ਜਿਹੜੇ ਫੀਟ ਦੇ ਸੋਲ ਹੁੰਦੇ, ਤਲਵੇ ਜਿਹੜੇ ਹੁੰਦੇ ਹਨ, ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ। ਸੋ ਇਹਨਾਂ 'ਚ ਹੇਅਰ ਫੋਲੀਕਲਸ ਨਹੀਂ ਹੁੰਦੇ ਹਨ ਇਸ ਸਕਿਨ ਦੇ ਉੱਤੇ, ਇਸ ਕਰਕੇ ਹੇਅਰ ਗਰੋ ਨਹੀਂ ਕਰਦਾ ਹੈ ਇੱਥੇ। ਬਟ ਚਾਂਸਿਸ ਹੁੰਦੇ ਹਨ ਇਹਦੇ ਡਰਾਈਨੈਸ ਹੁੰਦੇ ਕਿਉਂਕਿ ਪ੍ਰੋਟੈਕਟਿਵ ਲੇਅਰ ਜਿਹੜੀ ਇਹਦੇ ਉੱਤੇ ਕੋਈ ਨਹੀਂ ਹੁੰਦੀ ਹੈ। ਸੋ ਪਸੀਨਾ ਆਉਂਦਾ ਹੈ ਬਟ ਇਹਦੇ ਉੱਤੇ ਆਇਲ ਨਹੀਂ ਪ੍ਰੋਡਿਊਸ ਹੁੰਦਾ ਹੈ ਸਕਿਨ ਦੇ ਉੱਤੇ, ਇਸ ਕਰਕੇ ਚਾਂਸਿਸ ਹੁੰਦੇ ਹਨ ਇਹਦੇ ਜਲਦੀ ਡਰਾਈ ਹੋਣ ਦੇ। ਸੋ ਸਵੈਟ ਗਲੈਂਡਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹੁੰਦੇ ਆ, ਪਸੀਨਾ ਆਉਂਦਾ ਹੈ ਬਟ ਸੈਬਮ ਜਿਹਨੂੰ ਕਹਿੰਦੇ ਆਇਲ ਜਿਹੜਾ ਉਹ ਪ੍ਰੋਡਿਊਸ ਨਹੀਂ ਹੁੰਦਾ ਹੈ ਇਸ ਏਰੀਆ ਦੇ ਵਿੱਚ। ਸੋ ਸਵੈਟ ਬਹੁਤ ਜ਼ਰੂਰੀ ਹੈ ਜੀ। ਸਵੈਟ ਜਿਹੜਾ ਹੈ ਗ੍ਰਿਪਿੰਗ ਪਾਵਰ ਬਣਾਉਣ ਦੇ ਵਿੱਚ ਹੈਲਪ ਕਰਦਾ ਹੈ। ਸੋ ਜਿੰਨਾ ਸਵੈਟ ਮੋਡਰੇਟ ਜਿਹੜਾ ਸਵੈਟ ਹੁੰਦਾ ਹੈ ਉਹ ਹੈਲਪਫੁਲ ਹੁੰਦਾ ਹੈ। ਅਗਰ ਜ਼ਿਆਦਾ ਐਕਸੈਸ ਸਵੈਟ ਹੋਵੇ ਤਾਂ ਵੀ ਜਿਹੜਾ ਹੈ ਸਾਡਾ ਏਰੀਆ ਜਿਹੜਾ ਉਹ ਸਲਿਪਰੀ ਹੋ ਜਾਂਦਾ ਹੈ, ਔਰ ਅਗਰ ਘੱਟ ਸਵੈਟ ਆਉਂਦਾ ਹੈ ਤਾਂ ਵੀ ਸਾਡੇ ਵਾਸਤੇ ਨੁਕਸਾਨਦਾਇਕ ਹੁੰਦਾ ਹੈ ਕਿ ਸਾਡੀ ਕਿਸੇ ਚੀਜ਼ ਦੀ ਗ੍ਰਿਪ ਨਹੀਂ ਬਣਦੀ ਹੈ। ਸੋ ਐਪੀਡਰਮਿਸ ਇੱਥੇ ਜਿਹੜਾ ਹੁੰਦਾ 1.5 mm ਦਾ ਥਿਕਨੈਸ ਜਿਹੜਾ ਉਹ ਮੈਜਰ ਕੀਤਾ ਗਿਆ ਹੈ, ਔਰ ਇੱਥੋਂ ਦਾ ਡਰਮਿਸ ਏਰੀਆ ਜਿਹੜਾ ਹੈ, ਡਰਮਿਸ ਲੇਅਰ ਜਿਹੜੀ ਹੈ ਉਹਦਾ 3 mm ਦਾ ਜਿਹੜਾ ਹੈ ਥਿਕਨੈਸ ਮੈਜਰ ਕੀਤਾ ਗਿਆ ਹੈ। ਸੋ ਥਿਨ ਹੇਅਰੀ ਸਕਿਨ ਦੇ ਬਾਰੇ ਅਗਰ ਦੇਖਨੇ ਆ ਤੇ ਹੇਅਰੀ ਸਕਿਨ ਨਾਮ ਤੋਂ ਹੀ ਜਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਹੇਅਰ ਫੋਲੀਕਲਸ ਹੋਣਗੇ, ਹੇਅਰ ਗਰੋ ਕਰਨਗੇ ਇੱਥੇ। ਸੋ ਇਹਦਾ ਐਪੀਡਰਮਲ ਲੇਅਰ ਜਿਹੜੀ ਹੁੰਦੀ ਹੈ ਅਬਾਊਟ 0.75 mm ਥਿਕਨੈਸ ਹੁੰਦੀ ਹੈ। ਹਾਫ ਆਫ ਦ ਥਿਕਨੈਸ ਆਫ ਹੇਅਰਲੈਸ ਸਕਿਨ ਦਾ ਹੁੰਦਾ ਹੈ, ਔਰ ਡਰਮਿਸ ਦਾ ਇੱਥੇ ਜਿਹੜਾ ਹੈ 1 to 2 mm ਜਿਹੜਾ ਥਿਕਨੈਸ ਜਿਹੜਾ ਹੈ ਉਹ ਐਜ਼ਿਊਮ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜੀ ਅਸੀਂ ਐਨਾਟਮੀ ਆਫ ਸਕਿਨ ਦਾ ਇੱਕ ਰਫ ਜਿਹਾ ਸਕੈਚ ਦੇਖਿਆ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਕੇ ਇੱਕ ਸਟਰਕਚਰ ਬਣਾਉਂਦੀਆਂ ਸਕਿਨ ਦਾ। ਉਹਦੇ ਉੱਤੇ ਅਸੀਂ ਅੱਜ ਡਿਟੇਲ 'ਚ ਸਟੈਪ ਬਾਏ ਸਟੈਪ ਜਿਹੜਾ ਹੈ ਸਟਾਰਟ ਕਰਾਂਗੇ ਡਿਟੇਲ ਉਹਦੀ। ਸੋ ਫੰਕਸ਼ਨਸ ਆਫ ਸਕਿਨ ਜਿਹੜਾ ਹੈ ਲਾਸਟ ਚੈਪਟਰ ਦੇ ਵਿੱਚ ਅਸੀਂ ਕਵਰ ਕੀਤਾ ਸੀ, ਜਿਹਦੇ 'ਚ 7 ਮੇਨ ਫੰਕਸ਼ਨਸ ਹੁੰਦੇ ਨੇ ਸਕਿਨ ਦੇ। ਉਹਨਾਂ ਨੂੰ ਯਾਦ ਰੱਖਣ ਵਾਸਤੇ ਟਿਪ ਹੈ ਕਿ ਵਰਡ ਤੁਸੀਂ ਸ਼ੇਪਸ ਯਾਦ ਰੱਖੋ। ਸ਼ੇਪਸ ਵਰਡ ਮਾਈਂਡ 'ਚ ਹੋਏਗਾ ਤੇ ਤੁਸੀਂ ਈਜ਼ੀਲੀ ਜਿਹੜਾ ਹੈ ਉਹਨੂੰ ਕੋਰਿਲੇਟ ਕਰ ਸਕਦੇ ਹੋ। S ਫॉर sensation, H for heat regulation, A for absorption, P for protection, E for excretion, S for secretion, and finally ਇੱਕ ਹੋਰ ਫੰਕਸ਼ਨ ਹੁੰਦਾ ਹੈ ਜਿਹੜਾ ਕਿ ਵਿਟਾਮਿਨ ਡੀ ਦਾ ਪ੍ਰੋਡਕਸ਼ਨ ਕਰਦਾ ਹੈ। ਸੋ ਥੋੜਾ ਜਿਹਾ ਇਲੈਬੋਰੇਟ ਕਰਨੇ ਨੂੰ ਸੈਂਸੇਸ਼ਨ ਸੀ। ਸੈਂਸੇਸ਼ਨ 'ਚ ਅਸੀਂ ਇਹੀ ਰਿਵਾਈਜ਼ ਕੀਤਾ ਸੀ ਕਿ ਸੈਂਸ ਆਫ ਟੱਚ ਹੈ ਸਕਿਨ ਦੇ ਕੋਲ, ਇੱਕ ਹੈ ਸਪੈਸ਼ਲ ਯੂਨੀਕ ਜਿਹਨੂੰ ਕਹਿੰਦੇ ਆ ਕੁਆਲਿਟੀ ਹੈ ਇਸ ਆਰਗਨ ਦੇ ਕੋਲ। ਸੋ ਇਹ ਕਿਸੇ ਹੋਰ ਦੇ ਕੋਲ ਸਾਡੇ ਕਿਸੇ ਹੋਰ ਬੋਡੀ ਪਾਰਟ 'ਚ ਨਹੀਂ ਹੈ। ਸਭ ਤੋਂ ਪਹਿਲੇ ਸਕਿਨ ਜਿਹੜਾ ਹੈ ਉਹਨੂੰ ਪਤਾ ਲੱਗਦਾ ਹੈ ਕਿ ਹਾਂ ਕੋਈ ਚੀਜ਼ ਗਰਮ ਹੈ ਜਾਂ ਠੰਡੀ ਹੈ ਜਾਂ ਪੇਨਫੁਲ ਹੈ ਜਾਂ ਪ੍ਰੈਸ਼ਰ ਦੇ ਰਹੀ ਹੈ। ਸੋ ਹੁੰਦਾ ਕੀ ਹੈ ਕਿ ਸਾਡੇ ਅੰਦਰ ਜਿਹੜਾ ਲੇਅਰਸ ਹੁੰਦੀਆਂ ਹਨ ਉਹਦੇ ਵਿੱਚ ਜਿਹੜੇ ਨਰਵ ਐਂਡਿੰਗਸ ਇੱਕ ਪਾਰਟ ਹੁੰਦਾ ਹੈ। ਨਰਵ ਐਂਡਿੰਗਸ ਕੀ ਹੁੰਦਾ ਹੈ ਕਿ ਸੈਂਸਰੀ ਆਰਗਨਸ ਜਿਹੜੇ ਹੁੰਦੇ ਹਨ ਉਹ ਜਿਹੜੇ ਮਾਈਂਡ ਤੱਕ ਜਿਹੜੇ ਹੈ ਸਾਡੇ ਬ੍ਰੇਨ ਤੱਕ ਜਿਹੜਾ ਹੈ ਮੈਸੇਜ ਪਹੁੰਚਾਉਂਦੇ ਹਨ ਕਿ ਇਹ ਚੀਜ਼ ਗਰਮ ਹੈ, ਠੰਡੀ ਹੈ ਜਾਂ ਪੇਨਫੁਲ ਹੈ। ਸੋ ਇਸ ਤਰ੍ਹਾਂ ਕਈ ਵਾਰੀ ਕੋਈ ਚੀਜ਼ ਡਰਾਵਨੀ ਹੈ ਜਾਂ ਕੋਈ ਚੀਜ਼ ਸਮਟਾਈਮ ਸਾਨੂੰ ਨਰਵਸਨੈਸ ਹੁੰਦੀ ਹੈ। ਸੋ ਇਹ ਸਭ ਫੀਲਿੰਗਸ ਹੁੰਦੀਆਂ ਹਨ। ਸੋ ਉਹਨਾਂ ਕਰਕੇ ਵੀ ਸਾਨੂੰ ਸਮਟਾਈਮਸ ਜਿਹੜੇ ਗੂਸ ਬੰਪਸ ਜਿਹਨਾਂ ਨੂੰ ਕਹਿੰਦੇ ਰੌਂਗਟੇ ਖੜੇ ਹੁੰਦੇ ਹਨ ਸਾਡੇ ਸਕਿਨ ਦੇ ਉੱਪਰ ਨਜ਼ਰ ਆਉਂਦੇ ਹਨ। ਨੈਕਸਟ ਆਉਂਦਾ ਜੀ ਹੀਟ ਰੈਗੂਲੇਸ਼ਨ ਔਰ ਥਰਮੋ ਰੈਗੂਲੇਸ਼ਨ। ਇਹ ਸੈਕਿੰਡ ਫੰਕਸ਼ਨ ਸੀ ਇਹਦਾ ਸਕਿਨ ਦਾ, ਇਹ ਸੈਕਿੰਡ ਰੋਲ ਸੀ। ਸੋ ਸਕਿਨ ਜਿਹੜਾ ਹੈਲਪ ਕਰਦੀ ਹੈ ਕਿ ਸਾਡਾ ਆਈਡੀਅਲ ਟੈਂਪਰੇਚਰ ਜਿਹੜਾ ਨਾਰਮਲ ਟੈਂਪਰੇਚਰ ਹੈ ਉਹਨੂੰ ਅਟੇਨ ਕਰਕੇ ਰੱਖੇ। ਦੋ ਤਰੀਕੇ ਹੁੰਦੇ ਹਨ ਜੀ ਹੀਟ ਨੂੰ ਰੈਗੂਲੇਟ ਕਰਨ ਦੇ, ਟੈਂਪਰੇਚਰ ਨੂੰ ਰੈਗੂਲੇਟ ਕਰਨ ਦੇ। ਸੋ ਫਰਸਟ ਸਟੈਪ ਹੁੰਦਾ ਹੈ ਜੀ ਡਾਇਲੇਸ਼ਨ, ਜਿਹਦੇ ਵਿੱਚ ਜਿਹੜਾ ਹੈ ਬਲੱਡ ਵੈਸਲਸ ਵਾਈਡਨ ਹੋ ਜਾਂਦੀਆਂ ਹਨ।
दूसरा साडा वे हुंदा है जी कंस्ट्रक्शन, जिहदे विच नैरो हो जांदे हन, ब्लड वैसल्स नैरो हो जांदे हन। सो सीजनस ते डिपेंड करदा है, जिस तरह वार्म सीजन हुंदा है, वार्म पीरियड, समर सीजन हुंदा है, साडे ਜਿਹੜੇ ਵੈਸਲਸ ਹੁੰਦੇ ਹਨ, ਜਿਹਨੂੰ ਬਲੱਡ ਵੈਸਲਸ ਕਹਿੰਦੇ ਹਨ, ਬਲੱਡ ਵੈਸਲਸ ਜਿਹੜੇ ਡਾਇਲੇਟ ਕਰਦੇ ਨੇ, ਯਾਨੀ ਕਿ ਵਾਈਡਨ ਹੁੰਦੇ ਨੇ। ਸੋ ਉਹਦੇ ਕਰਕੇ ਸਾਡਾ ਬਲੱਡ ਸਰਕੂਲੇਸ਼ਨ ਜਿਹੜਾ ਹੈ ਉਹ ਵੀ ਜ਼ਿਆਦਾ ਹੋ ਜਾਂਦਾ ਹੈ। ਸੈਕੰਡ ਕੇਸ ਆਂਦਾ ਹੈ ਜੀ ਕੋਲਡ ਪੀਰੀਅਡ, ਯਾਨੀ ਵਿੰਟਰ ਸੀਜ਼ਨ ਜਿਸ ਤਰ੍ਹਾਂ ਹੁੰਦਾ, ਉਸ ਟਾਈਮ ਤੇ ਸਾਡੇ ਬਲੱਡ ਵੈਸਲਸ ਜਿਹੜੇ ਹੈ ਕੰਸਟ੍ਰਿਕਟ ਕਰ ਜਾਂਦੇ ਹਨ। ਸੋ ਕੰਸਟ੍ਰਿਕਟ ਕਰਨ ਕਰਕੇ ਜਿਹੜਾ ਹੈ ਬਲੱਡ ਫਲੋ ਵੀ ਸਾਡਾ ਘਟ ਜਾਂਦਾ ਹੈ, ਔਰ ਇਸ ਕਰਕੇ ਸਾਡਾ ਜਿਹੜਾ ਹੈ ਹੀਟ ਵੀ ਲਾਸ ਜਿਹੜਾ ਹੈ ਉਹ ਘਟ ਜਾਂਦਾ ਹੈ। ਸੋ ਉਸ ਤੋਂ ਬਾਅਦ ਆਂਦਾ ਜੀ ਸਵੈਟ। ਸਾਡੀ ਸਕਿਨ ਦੇ ਉੱਪਰ ਜਦੋਂ ਪਸੀਨਾ ਆਂਦਾ ਹੈ, ਪਸੀਨਾ ਠੰਡਾ ਹੁੰਦਾ, ਉਹ ਵੀ ਸਾਡੀ ਸਕਿਨ ਜਿਹੜੀ ਹੈ ਉਸ ਕੇਸ ਦੇ ਵਿੱਚ ਸਾਡੇ ਬਾਡੀ ਦੇ ਟੈਂਪਰੇਚਰ ਨੂੰ ਕੂਲ ਡਾਊਨ ਕਰਨ 'ਚ ਹੈਲਪ ਕਰਦੀ ਹੈ। ਸੋ ਫਾਈਨਲੀ ਪ੍ਰੈਜ਼ੈਂਟ ਜਿਹੜਾ ਫੈਟ ਹੁੰਦਾ ਹੈ ਸਾਡੀ ਬਾਡੀ ਦੇ ਵਿੱਚ, ਸਾਡੀ ਸਕਿਨ ਦੇ ਨੀਚੇ ਲੇਅਰ 'ਚ, ਉਹ ਫੈਟ ਵੀ ਜਿਹੜਾ ਹੈ ਸਾਡੀ ਬਾਡੀ ਨੂੰ ਇਨਸੂਲੇਟ ਕਰਨ 'ਚ ਹੈਲਪ ਕਰਦਾ ਹੈ। ਨੈਕਸਟ ਆਂਦਾ ਜੀ ਐਬਜ਼ੌਰਪਸ਼ਨ। ਸਕਿਨ ਦੀ ਆਪਣੀ ਕਪੈਸਿਟੀ ਹੁੰਦੀ ਹੈ ਜੀ ਐਬਜ਼ੌਰਬ ਕਰਨ ਦੀ। ਐਕਸੈਸ ਵਾਟਰ ਵੀ ਐਬਜ਼ੌਰਬ ਨਹੀਂ ਕਰ ਸਕਦੀ, ਐਕਸੈਸ ਮੋਇਸਚਰਾਈਜ਼ਰ ਵੀ ਐਬਜ਼ੌਰਬ ਨਹੀਂ ਕਰ ਸਕਦੀ। ਸੋ ਉਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਹੈ। ਸੋ ਉਸ ਤੋਂ ਇਲਾਵਾ ਜਿਹੜਾ ਹੈ ਸਾਨੂੰ ਐਬਜ਼ੌਰਪਸ਼ਨ, ਜਦੋਂ ਅਸੀਂ ਪੁਆਇੰਟ ਨੂੰ ਦਿਮਾਗ 'ਚ ਲੈ ਕੇ ਆਉਂਦੇ ਹਾਂ, ਤੇ ਸਮਟਾਈਮ ਸਾਨੂੰ ਅਸੀਂ ਫੇਸ਼ੀਅਲਸ ਵਗੈਰਾ ਜਿਸ ਤਰ੍ਹਾਂ ਕਰਨੇ ਆ, ਫੇਸ਼ੀਅਲਸ ਦੇ ਟਾਈਮ ਤੇ ਅਸੀਂ ਸਕਰਬ ਕਰਨੇ ਆ, ਮਸਾਜ ਕਰਨੇ ਆ ਕੋਈ ਮੋਇਸਚਰਾਈਜ਼ਿੰਗ ਕਰੀਮ ਨਾਲ ਜਾਂ ਜੈਲ ਨਾਲ। ਸੋ ਉਹਦੀ ਵੀ ਇੱਕ ਲਿਮਿਟ ਹੈ ਕਿ ਉਹ ਕਿੰਨਾ ਕੁ ਐਬਜ਼ੌਰਬ ਕਰ ਸਕਦੀ ਹੈ। ਸੋ ਰਾਈਟ ਅਮਾਊਂਟ ਦੇ ਵਿੱਚ ਸਾਨੂੰ ਜਿਹੜਾ ਹੈ ਉਹਨੂੰ ਅਪਲਾਈ ਕਰਨਾ ਚਾਹੀਦਾ, ਉਹਦਾ ਮਸਾਜ ਕਰਨਾ ਚਾਹੀਦਾ ਹੈ, ਔਰ ਉਸ ਪ੍ਰੋਸੀਜਰ ਦਾ ਜਿਹੜਾ ਹੈ ਉਹਦਾ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਪ੍ਰੋਸੀਜਰ ਆਲਰੇਡੀ ਮੈਂਸ਼ਨ ਕੀਤਾ ਗਿਆ ਉਸ ਫੇਸ਼ੀਅਲ ਨੂੰ ਕਰਨ ਵਾਸਤੇ, ਜਾਂ ਈਵਨ ਮੈਨੀਕਿਉਰ ਜਾਂ ਪੈਡੀਕਿਉਰ ਵੀ ਅਸੀਂ ਕਰਨੇ ਆ, ਤੇ ਉਸ ਪ੍ਰੋਸੀਜਰ ਨੂੰ ਫੋਲੋ ਕਰਨਾ। ਸਾਨੂੰ ਮਿਕਸ ਐਂਡ ਮੈਚ ਨਹੀਂ ਕਰਨਾ ਚਾਹੀਦਾ ਡਿਫਰੈਂਟ ਪ੍ਰੋਡਕਟਸ ਨੂੰ, ਕਿਉਂਕਿ ਕੈਮੀਕਲ ਕੰਬੀਨੇਸ਼ਨ ਜੋ ਫਾਰਮੂਲਾ ਜਦੋਂ ਡਿਫਰੈਂਟ ਹੁੰਦਾ ਹੈ ਤੇ ਉਹ ਰਾਦਰ ਸਾਈਡ ਇਫੈਕਟਸ ਹੀ ਕਰਦਾ ਹੈ ਸਾਡੀ ਸਕਿਨ ਦੇ ਉੱਤੇ। ਉਸ ਤੋਂ ਇਲਾਵਾ ਜਿਹੜਾ ਹੈ ਜੀ ਐਬਜ਼ੌਰਬ ਸਕਿਨ ਜਿਹੜੀ ਹੈ ਇਨਹੇਲ ਔਰ ਇੰਜੈਕਸ਼ਨ, ਇਹਨਾਂ ਦੋਨੋਂ ਵੇਜ਼ ਦੇ ਨਾਲ ਵੀ ਸਾਡੀ ਸਕਿਨ ਜਿਹੜੀ ਹੈ ਅਲਰਟ ਕਰਦੀ ਹੈ ਕਿ ਇਸ ਜਿਹੜੀ ਇਨਹੇਲੇਸ਼ਨ, ਜਿਸ ਤਰ੍ਹਾਂ ਨਿਕੋਟਿਨ ਹੈ, ਸਿਗਰਟ ਸਮੋਕਿੰਗ ਵਗੈਰਾ ਹੈ, ਸੋ ਹਾਰਮਫੁਲ ਹੈ ਸਾਡੀ ਸਕਿਨ ਵਾਸਤੇ ਵੀ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਫੇਸ਼ੀਅਲ ਪ੍ਰੈਪਰੇਸ਼ਨਸ ਜਿਸ ਤਰ੍ਹਾਂ ਤੁਸੀਂ ਕਰਦੇ ਹੋ, ਫੇਸ਼ੀਅਲ ਪ੍ਰੈਪਰੇਸ਼ਨਸ ਜਾਂ ਅਦਰ ਬਿਊਟੀ ਸਰਵਿਸਿਜ਼ ਜਿਸ ਤਰ੍ਹਾਂ ਤੁਸੀਂ ਕਰਦੇ ਹੋ, ਉਸ ਟਾਈਮ ਤੇ ਜਿਹੜਾ ਹੈ ਤੁਹਾਨੂੰ ਖਾਸ ਧਿਆਨ ਦੇਣਾ ਹੈ ਕਿ ਤੁਹਾਡੀ ਸਕਿਨ ਟਾਈਪ ਦੇ ਅਕੋਰਡਿੰਗਲੀ ਜਿਹੜਾ ਹੈ ਉਹ ਪ੍ਰੋਡਕਟਸ ਹੋਣੇ ਚਾਹੀਦੇ ਹਨ, ਕਿਉਂਕਿ ਅਗਰ ਐਕਸੈਸ ਜਾਂ ਕੁਝ ਲੈਸਰ ਸਾਈਡ ਤੇ ਹੋਏਗਾ, ਉਹ ਐਗਜ਼ੈਕਟਲੀ ਉਹਨੂੰ ਐਬਜ਼ੌਰਬ ਨਹੀਂ ਕਰ ਪਾਏਗਾ ਤੇ ਉਲਟਾ ਸਾਈਡ ਇਫੈਕਟਸ ਕਰੇਗਾ। ਨੈਕਸਟ ਅਸੀਂ ਦੇਖਿਆ ਸੀ ਜੀ ਪ੍ਰੋਟੈਕਸ਼ਨ। ਸੋ ਪ੍ਰੋਟੈਕਸ਼ਨ ਦੇ ਵਿੱਚ ਅਸੀਂ ਦੇਖਨੇ ਆ ਕਿ ਸਕਿਨ ਜਿਹੜਾ ਹੈ ਸਾਨੂੰ ਡਰਟ ਤੋਂ ਸੇਵ ਕਰਦੀ ਹੈ, ਮਾਈਨਰ ਇੰਜਰੀਜ਼ ਹੁੰਦੀਆਂ ਹਨ, ਬੈਕਟੀਰੀਅਲ ਇਨਫੈਕਸ਼ਨ ਹੁੰਦੇ ਹਨ, ਕੈਮੀਕਲ ਅਟੈਕ ਹੁੰਦੇ ਹਨ, ਸਭ ਤੋਂ ਸਾਨੂੰ ਪ੍ਰੀਵੈਂਟ ਕਰਦੀ ਹੈ, ਕਿਉਂਕਿ ਸਕਿਨ ਜਿਹੜਾ ਇੱਕ ਵਾਟਰਪ੍ਰੂਫ ਕੋਟ ਬਣਾਉਂਦੀ ਹੈ। ਵਾਟਰਪ੍ਰੂਫ ਜਿਹੜਾ ਕੋਟ ਬਣਦਾ ਹੈ ਉਹ ਜੀ ਸਾਡਾ ਸੈਬਮ ਜਿਹੜਾ ਨੈਚੁਰਲ ਆਇਲ ਪ੍ਰੋਡਿਊਸ ਕਰਦੀ ਹੈ ਸਕਿਨ, ਉਹਦੇ ਤੋਂ ਬਣਦਾ ਹੈ। ਪਲੱਸ ਪਸੀਨਾ ਜਿਹੜਾ ਹੈ ਸਾਡਾ ਜਦੋਂ ਐਡ ਹੁੰਦਾ ਉਸ ਆਇਲ ਦੇ ਨਾਲ, ਤੇ ਉਸ ਟਾਈਮ ਤੇ ਇੱਕ ਵਾਟਰਪ੍ਰੂਫ ਲੇਅਰ ਜਿਹੜੀ ਹੈ ਉਹ ਸਾਡੀ ਬਣ ਜਾਂਦੀ ਸਕਿਨ ਦੇ ਉੱਤੇ, ਜਿਹੜੀ ਕਿ ਡਰਟ ਨੂੰ ਅੰਦਰ ਜਾਣ ਨਹੀਂ ਦਿੰਦੀ, ਇੰਜਰੀਜ਼ ਹੋਣ ਤੋਂ ਰੋਕਦੀ ਹੈ, ਈਵਨ ਬੈਕਟੀਰੀਅਲ ਇਨਫੈਕਸ਼ਨ ਔਰ ਕੈਮੀਕਲ ਅਟੈਕਸ ਤੋਂ ਵੀ ਸਾਨੂੰ ਪ੍ਰੋਟੈਕਟ ਕਰਦੀ ਹੈ। ਸੋ ਉਹਦੇ ਵਿੱਚ ਹੈ ਜੀ ਡਿਟੇਲ 'ਚ ਕਿ ਐਸਿਡ ਮੈਂਟਲ ਜਿਹੜਾ pH ਲੈਵਲ 5.5 ਹੋਣਾ ਜ਼ਰੂਰੀ ਹੈ। ਸੋ ਲੈਵਲ ਜਿਹੜਾ ਮੇਨਟੇਨ ਕਰਕੇ ਰੱਖਣਾ ਸਾਨੂੰ ਚਾਹੀਦਾ ਹੈ। ਈਵਨ ਜਿਹੜਾ ਜਿਸ ਤਰ੍ਹਾਂ ਅਸੀਂ ਸਨ ਦੇ ਐਕਸਪੋਜ਼ਰ 'ਚ ਜਾਂਦੇ ਹਾਂ, ਸਨ ਦੇ ਕੰਟੈਕਟ 'ਚ ਜਾਂਦੇ ਹਾਂ, ਸਾਨੂੰ ਸਨਸਕ੍ਰੀਨ ਲੋਸ਼ਨਸ ਅਪਲਾਈ ਕਰਨੇ ਚਾਹੀਦੇ ਹਨ, ਸੋ ਦੈਟ ਸਾਡਾ ਸਕਿਨ ਦਾ pH ਲੈਵਲ ਜਿਹੜਾ ਉਹ ਗੜਬੜਾ ਨਹੀਂ ਜਾਏ। ਸੋ ਐਪੀਡਰਮਿਸ ਜਿਹੜੀ ਆਊਟਰ ਮੋਸਟ ਲੇਅਰ, ਜਿਹਨੂੰ ਹੌਨੀ ਲੇਅਰ ਵੀ ਕਿਹਾ ਜਾਂਦਾ ਹੈ, ਸੋ ਉਹ ਸਭ ਤੋਂ ਜ਼ਿਆਦਾ ਰੋਲ ਪਲੇ ਕਰਦੀ ਹੈ। ਸੋ ਐਪੀਡਰਮਿਸ ਜਿਹੜੀ ਹੁੰਦੀ ਹੈ ਸਭ ਤੋਂ ਉੱਪਰ ਐਕਸਪੋਜ਼ਰ 'ਚ ਆਉਣ ਵਾਲੀ ਲੇਅਰ ਹੁੰਦੀ ਹੈ, ਜਿਹੜੀ ਸੈਲਸ ਜਨਰੇਟ ਕਰਦੀ ਰਹਿੰਦੀ ਹੈ ਔਰ ਈਵਨ ਬੈਕਟੀਰੀਆ ਫੰਗਸ ਤੋਂ ਸਾਨੂੰ ਪ੍ਰੋਟੈਕਟ ਕਰਦੀ ਹੈ। ਨੈਕਸਟ ਹੈ ਜੀ ਮੈਲਾਨਿਨ ਦਾ ਰਾਈਟ ਅਮਾਊਂਟ ਸਾਡੀ ਬਾਡੀ ਦੇ ਵਿੱਚ ਉਹ ਵੀ ਕਾਫੀ ਹੈਲਪਫੁਲ ਹੁੰਦਾ ਹੈ। ਸੋ ਮੈਲਾਨਿਨ ਦਾ ਲੈਵਲ ਘੱਟ ਜਾਂ ਜ਼ਿਆਦਾ ਹੋਣ ਤੇ ਵੀ ਜਿਹੜਾ ਹੈ ਸਾਡਾ ਸਕਿਨ ਜਿਹੜਾ ਹੈ ਉਹ ਇਫੈਕਟ ਕਰਦਾ ਹੈ। ਸੋ ਮਿਨੀਮਮ SPF 15 ਸਾਨੂੰ ਯੂਜ਼ ਕਰਨਾ ਚਾਹੀਦਾ ਹੈ ਸਨ ਦੇ ਐਕਸਪੋਜ਼ਰ ਤੋਂ ਪਹਿਲੇ। ਨੈਕਸਟ ਹੈ ਜੀ ਐਕਸਕ੍ਰੀਸ਼ਨ। ਐਕਸਕ੍ਰੀਸ਼ਨ ਸਾਡਾ ਹੁੰਦਾ ਹੈ ਜੀ ਵੇਸਟ ਪ੍ਰੋਡਕਟ ਹੁੰਦਾ ਹੈ, ਜਿਹੜਾ ਐਕਸੈਸ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਸਾਡੀ ਬਾਡੀ ਦੇ ਅੰਦਰ, ਉਹ ਟਾਈਮ ਟੂ ਟਾਈਮ ਸਾਡੀ ਸਕਿਨ ਤੋਂ ਜਿਹੜਾ ਹੈ ਉਹ ਬਾਹਰ ਆਉਂਦੀਆਂ ਹਨ। ਜਿਸ ਤਰ੍ਹਾਂ ਪਸੀਨਾ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ, ਉਹਦੇ ਅੰਦਰ ਸਾਲਟ ਵੀ ਹੁੰਦਾ ਹੈ, ਵਾਟਰ, ਯੂਰੀਆ, ਲੈਕਟਿਕ ਐਸਿਡ ਹੁੰਦੇ ਨੇ, ਇਸ ਤਰ੍ਹਾਂ ਵੇਸਟ ਮਟੀਰੀਅਲ ਹੈ, ਅਸੀਂ ਫੂਡ ਡਾਈਜੈਸਟ ਕਰਨੇ ਆ, ਉਸ ਤੋਂ ਬਾਅਦ ਪਾਸ ਆਊਟ ਕਰਨੇ ਆ। ਸੋ ਪ੍ਰੋਪਰ ਐਕਸਕ੍ਰੀਸ਼ਨ ਹੋਣਾ ਵੀ ਬਹੁਤ ਜ਼ਰੂਰੀ ਹੈ ਹੈਲਦੀ ਸਕਿਨ ਵਾਸਤੇ।
ਸੋ ਨੈਕਸਟ ਫੰਕਸ਼ਨ ਆਂਦਾ ਹੈ ਜੀ ਸਿਕ੍ਰੀਸ਼ਨ। ਇੱਕ ਇਹ ਵੀ ਰੋਲ ਪਲੇ ਕਰਦਾ ਹੈ ਸਕਿਨ ਜਿਹੜਾ ਹੈ ਸਿਕਰੀਟ ਕਰਨ 'ਚ। ਸਿਕਰੀਟ ਕਰਦਾ ਹੈ ਕਿ ਸੈਬਮ ਸਿਕਰੀਟ ਕਰਦਾ ਹੈ, ਸਿਕਰੀਸ਼ਨ ਹੁੰਦਾ ਹੈ। ਸੈਬਮ ਮੀਨਸ ਨੈਚੁਰਲ ਆਇਲ ਦਾ, ਜਿਹੜਾ ਕਿ ਸੈਬੇਸ਼ੀਅਸ ਗਲੈਂਡਸ ਤੋਂ ਹੁੰਦਾ ਹੈ ਔਰ ਸਾਨੂੰ ਪ੍ਰੋਟੈਕਟ ਕਰਦਾ ਹੈ ਫਰਦਰ ਅੱਗੇ ਡਰਾਈਨੈਸ ਤੋਂ ਪ੍ਰੋਟੈਕਟ ਕਰਦਾ ਹੈ, ਸਾਨੂੰ ਇਚੀਨੈਸ ਤੋਂ ਪ੍ਰੋਟੈਕਟ ਕਰਦਾ ਹੈ, ਡਿਫਰੈਂਟ ਐਲਰਜੀਜ਼ ਤੋਂ ਪ੍ਰੋਟੈਕਟ ਕਰਦਾ ਹੈ। ਨੈਕਸਟ ਹੈ ਜੀ ਵਿਟਾਮਿਨ ਡੀ ਦਾ ਪ੍ਰੋਡਕਸ਼ਨ। ਸੋ ਬਹੁਤ ਇੰਪੋਰਟੈਂਟ ਹੈ ਵਿਟਾਮਿਨ ਡੀ ਦਾ ਪ੍ਰੋਡਕਸ਼ਨ ਅੱਜ ਦੀ ਡੇਟ ਦੇ ਵਿੱਚ। ਹਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਡੀ ਪੋਪੂਲੇਸ਼ਨ ਜਿਹੜੀ ਹੈ ਡੇ ਬਾਏ ਡੇ ਇਸ ਕੇਸ ਦੇ ਵਿੱਚ ਜਿਹੜੀ ਹੈ ਵੱਧਦੀ ਜਾ ਰਹੀ ਹੈ ਕਿ ਜਿਨ੍ਹਾਂ ਦਾ ਵਿਟਾਮਿਨ ਡੀ ਜਿਹੜਾ ਉਹ ਘੱਟ ਹੁੰਦਾ ਜਾ ਰਿਹਾ ਕਿਉਂਕਿ ਸਨ ਦੇ ਵਿੱਚ ਧੁੱਪ ਦੇ ਵਿੱਚ ਬੈਠਣਾ, ਧੁੱਪ ਸੇਕਣਾ, ਸੋ ਲਾਈਫ ਇੰਨਾ ਬਿਜ਼ੀ ਹੁੰਦਾ ਜਾ ਰਿਹਾ ਹੈ ਕਿ ਵਿਟਾਮਿਨ ਡੀ ਦਾ ਜਿਹੜਾ ਹੈ ਉਹ ਸੋਰਸ ਜਿਹੜਾ ਅਸੀਂ ਪ੍ਰੋਪਰਲੀ ਅਬਜ਼ੌਰਬ ਨਹੀਂ ਕਰ ਪਾ ਰਹੇ ਸਨ ਤੋਂ। ਸੋ ਵਿਟਾਮਿਨ ਡੀ ਜਿਹੜਾ ਉਹ ਹੈਲਪ ਕਰਦਾ ਹੈ ਸਾਡੀ ਬਾਡੀ ਦੇ ਅੰਦਰ ਜਿਹੜਾ ਕੈਲਸ਼ੀਅਮ ਔਰ ਫਾਸਫੋਰਸ ਜਾਂਦਾ ਹੈ ਉਹਨੂੰ ਡਾਈਜੈਸਟਿਵ ਸਿਸਟਮ ਨੂੰ ਅੱਛੀ ਤਰ੍ਹਾਂ ਉਹਦੇ ਵਿੱਚ ਉਹਨੂੰ ਐਬਜ਼ੌਰਬ ਕਰਨ 'ਚ ਹੈਲਪ ਕਰਦਾ ਹੈ। ਅਗਰ ਵਿਟਾਮਿਨ ਡੀ ਨਾ ਹੋਏ ਤਾਂ ਅਸੀਂ ਕੈਲਸ਼ੀਅਮ ਔਰ ਫਾਸਫੋਰਸ ਨੂੰ ਡਾਈਜੈਸਟ ਨਹੀਂ ਕਰ ਸਕਦੇ। ਸੋ ਕੈਲਸ਼ੀਅਮ ਔਰ ਫਾਸਫੋਰਸ ਜਿਹੜਾ ਉਹ ਵੀ ਬਹੁਤ ਇਸੈਂਸ਼ੀਅਲ ਹੁੰਦਾ ਹੈ ਸਾਡੀਆਂ ਹੈਲਦੀ ਬੋਨਸ ਵਾਸਤੇ, ਟੀਥ ਵਾਸਤੇ। ਸੋ ਵਿਟਾਮਿਨ ਡੀ ਦਾ ਜਿਹੜਾ ਹੈ ਉਹ ਵੀ ਐਬਜ਼ੌਰਪਸ਼ਨ ਜਿਹੜਾ ਹੈ ਪ੍ਰੋਡਕਸ਼ਨ ਉਹ ਇੱਕ ਸਕਿਨ ਦਾ ਰੋਲ ਹੈ। ਨੈਕਸਟ ਆਂਦਾ ਹੈ ਜੀ ਸਕਿਨ ਐਨਾਲਿਸਿਸ। ਸਾਡਾ ਅੱਜ ਪਾਰਟ 2 ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਇਹ ਹੈ ਜੀ ਐਨਾਟੋਮੀ ਆਫ ਸਕਿਨ। ਪਿਕਚਰ ਅਗਰ ਤੁਸੀਂ ਦੇਖੇ ਤਾਂ ਸਭ ਤੋਂ ਪਹਿਲੇ ਜਿਹੜਾ ਹੈ ਮੈਂ ਤੁਹਾਨੂੰ ਲੇਅਰਸ ਡਿਫਾਈਨ ਕਰਨੀ ਹੈ ਇਹਦੀਆਂ। So the human skin is composed of 3 main layers of tissues. Epidermis is the top layer of skin made up of epithelial cells. So ਇਹ ਹੈ ਜੀ ਤੁਹਾਡਾ ਐਪੀਡਰਮਿਸ ਲੇਅਰ। ਐਪੀਡਰਮਿਸ ਤੋਂ ਬਾਅਦ ਤੁਹਾਡਾ ਇਹ ਜਿਹੜਾ ਲੇਅਰ ਆਂਦਾ ਹੈ ਇਹ ਸਾਰਾ ਇੱਥੋਂ ਤੱਕ ਜਿਹੜਾ ਹੈ ਡਰਮਿਸ ਲੇਅਰ ਹੁੰਦਾ ਹੈ। So the dermis is the middle layer of skin composed of dense irregular connective tissues such as collagen and elastin. ਸੋ ਬੇਸਿਕਲੀ ਇਹ ਡਰਮਿਸ ਹੈ ਜਿਹੜਾ ਸਭ ਤੋਂ ਹਿਊਜ ਏਰੀਆ ਹੁੰਦਾ ਹੈ ਜਿਹਦੇ ਵਿੱਚ ਸਾਰੇ ਤੁਹਾਡੇ ਵੇਨਸ ਹੁੰਦੇ ਹਨ, ਆਰਟਰੀਜ਼ ਹੁੰਦੇ ਹਨ, ਗਲੈਂਡਸ ਹੁੰਦੇ ਹਨ। ਸੋ ਹਰ ਚੀਜ਼ ਮੇਜਰਲੀ ਤੁਹਾਨੂੰ ਜਿਹੜੀ ਹੈ ਡਰਮਿਸ ਲੇਅਰ ਦੇ ਵਿੱਚ ਮਿਲਦੀ ਹੈ। ਥਰਡ ਲੇਅਰ ਆਂਦੀ ਹੈ ਜੀ ਤੁਹਾਡੀ ਹੈ ਸਬਕਿਊਟੇਨੀਅਸ ਲੇਅਰ। ਸਬਕਿਊਟੇਨੀਅਸ ਲੇਅਰ ਜਿਹੜੀ ਹੁੰਦੀ ਹੈ ਸਭ ਤੋਂ ਇਨਰ ਮੋਸਟ ਲੇਅਰ ਹੁੰਦੀ, ਸਭ ਤੋਂ ਨੀਚੇ ਵਾਲੀ ਲੇਅਰ ਹੁੰਦੀ ਹੈ ਜਿਹਦੇ ਵਿੱਚ ਫੈਟਸ ਹੁੰਦੇ ਹਨ। ਸੋ ਅੱਜ ਦਾ ਦਿਨ ਜਿਹੜਾ ਸਾਡਾ ਐਪੀਡਰਮਿਸ ਦੇ ਉੱਤੇ ਡਿਟੇਲ ਦੇ ਵਿੱਚ ਸਟੱਡੀ ਕਰਨ ਦਾ ਹੈ। ਸੋ ਵਾਟ ਇਜ਼ ਐਪੀਡਰਮਿਸ ਔਰ ਇਹਦਾ ਰੋਲ ਕੀ ਹੈ, ਕੀ ਪਾਰਟ ਪਲੇ ਕਰਦੀ ਹੈ ਸਕਿਨ ਦੇ ਵਿੱਚ। ਸੋ ਐਪੀਡਰਮਿਸ ਇਜ਼ the top layer of skin. It does not contain any blood vessels. It contains very few nerves. It is pierced by hair follicles and the ducts of sweat and sebaceous glands. ਸੋ ਜਿਹੜਾ ਐਪੀਡਰਮਿਸ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਉਹਨੇ ਦਿਖਾਇਆ ਕਿ ਫਰਸਟ ਲੇਅਰ ਹੁੰਦੀ ਹੈ, ਇਹਦੇ ਵਿੱਚ ਬਲੱਡ ਵੈਸਲਸ ਨਹੀਂ ਹੁੰਦੇ ਹਨ, ਇਹਦੇ ਵਿੱਚ ਨਰਵਸ ਨਹੀਂ ਹੁੰਦੇ ਹਨ। ਡੈਫੀਨੇਟਲੀ ਇਹਦੇ ਤੋਂ ਸਾਨੂੰ ਜਿਹੜਾ ਹੈ ਹੇਅਰ ਨਿਕਲਦਾ ਹੋਇਆ ਹੇਅਰ ਦਿਖਦਾ ਹੈ, ਫੋਲੀਕਲਸ ਹੁੰਦੇ ਇਹਦੇ ਵਿੱਚ, ਸਵੈਟ ਯਾਨੀ ਪਸੀਨਾ ਆਉਣ ਦੇ ਡਕਟਸ ਹੁੰਦੇ ਹਨ ਜਿੱਥੋਂ ਪਸੀਨਾ ਬਾਹਰ ਆਉਂਦਾ ਹੈ, ਸੈਬੇਸ਼ੀਅਸ ਗਲੈਂਡਸ ਹੁੰਦੇ ਹਨ ਜਿੱਥੋਂ ਆਇਲ ਪ੍ਰੋਡਿਊਸ ਹੁੰਦਾ ਹੈ, ਸੈਬਮ ਪ੍ਰੋਡਿਊਸ ਹੁੰਦਾ ਹੈ। ਮੇਨ ਫੰਕਸ਼ਨ ਐਪੀਡਰਮਿਸ ਦਾ ਹੁੰਦਾ ਹੈ ਜੀ, the main function of epidermis are protection, absorption of nutrients and homeostasis. ਸੋ ਮੇਨ ਫੰਕਸ਼ਨ ਜਿਹੜਾ ਐਪੀਡਰਮਿਸ ਦਾ ਹੁੰਦਾ ਹੈ ਉਹੀ ਹੁੰਦਾ ਹੈ ਕਿ ਐਬਜ਼ੌਰਬ ਕਰਦਾ ਜਿੰਨੇ ਵੀ ਨਿਊਟ੍ਰੀਐਂਟਸ ਤੁਸੀਂ ਲੈਂਦੇ ਹੋ, ਕੈਲਸ਼ੀਅਮ ਹੈ, ਫਾਸਫੋਰਸ ਹੈ, ਈਵਨ ਵਿਟਾਮਿਨ ਡੀ ਹੈ, ਹੋਰ ਵੀ ਸਪਲੀਮੈਂਟਸ ਜਿਹੜੇ ਤੁਸੀਂ ਲੈਂਦੇ ਹੋ ਉਹਨਾਂ ਨੂੰ ਅੱਛੀ ਤਰ੍ਹਾਂ ਐਬਜ਼ੌਰਬ ਕਰਨ 'ਚ, ਡਾਈਜੈਸਟ ਕਰਨ 'ਚ ਤੁਹਾਡਾ ਇਹ ਪਾਰਟ ਜਿਹੜਾ ਐਪੀਡਰਮਿਸ ਲੇਅਰ ਉਹ ਹੈਲਪ ਕਰਦਾ ਹੈ। ਐਂਡ ਈਵਨ ਹੋਮਿਓਸਟੈਟਿਸ ਸਿਚੁਏਸ਼ਨ ਜਿਹੜੀ ਹੈ ਉਹਨੂੰ ਰੈਗੂਲੇਟ ਕਰਨ 'ਚ ਤੁਹਾਡੀ ਹੈਲਪ ਕਰਦਾ ਹੈ। ਸੋ ਹੋਮਿਓਸਟੈਟਿਸ ਜਿਹੜਾ ਹੁੰਦਾ ਉਹਦੇ 'ਚ ਡਿਫਰੈਂਟ ਕੰਡੀਸ਼ਨਸ ਆ ਜਾਂਦੀਆਂ ਜੀ ਬਾਡੀ ਦੀਆਂ। ਜਿਸ ਤਰ੍ਹਾਂ ਹੋਮਿਓਸਟੈਟਿਸ 'ਚ ਸਭ ਤੋਂ ਪਹਿਲੇ ਆ ਜਾਂਦਾ ਤੁਹਾਡਾ ਬਾਡੀ ਦਾ ਟੈਂਪਰੇਚਰ, ਜਿਸ ਤਰ੍ਹਾਂ ਅਸੀਂ ਪੜ੍ਹਿਆ ਸੀ ਪਿੱਛੇ ਹੀਟ ਰੈਗੂਲੇਸ਼ਨ ਪੜ੍ਹਿਆ ਸੀ। ਸੋ ਹੋਮਿਓਸਟੈਟਿਸ 'ਚ ਤੁਹਾਡਾ ਟੈਂਪਰੇਚਰ ਵੀ ਆਉਂਦਾ ਬਾਡੀ ਦਾ, ਤੁਹਾਡਾ ਬਲੱਡ ਪ੍ਰੈਸ਼ਰ ਆਉਂਦਾ ਹੈ ਜੀ ਬਾਡੀ ਦਾ। ਸੋ ਇਸ ਤਰ੍ਹਾਂ ਹੀ ਤੁਹਾਡਾ ਇਮਿਊਨ ਸਿਸਟਮ ਆਉਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਮਿਓਸਟੈਟਿਸ ਦੇ ਵਿੱਚ ਆਉਂਦੀਆਂ ਇਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਹੈ ਤੁਹਾਡਾ ਐਪੀਡਰਮਿਸ ਜਿਹੜੀ ਹੈ ਤੁਹਾਡੀ ਹੈਲਪ ਕਰਦਾ ਹੈ। ਇਹ ਹੈ ਜੀ ਸਟਰਕਚਰ ਆਫ ਐਪੀਡਰਮਿਸ। ਸੋ ਐਪੀਡਰਮਿਸ ਅਗਰ ਤੁਸੀਂ ਦੇਖੋ ਤਾਂ ਮੇਜਰਲੀ ਇਹ ਜਿਹੜੀਆਂ ਹਨ ਇਹ 5 ਤਰ੍ਹਾਂ ਦੀਆਂ ਲੇਅਰਸ ਹੁੰਦੀਆਂ ਹਨ ਐਪੀਡਰਮਿਸ ਦੇ ਵਿੱਚ, ਜਿਹਨੂੰ ਅਸੀਂ 1 by 1 ਡਿਟੇਲ ਦੇ ਵਿੱਚ ਕਰਾਂਗੇ। ਸੋ ਫਾਈਨਲੀ ਇਹ ਸਭ ਤੋਂ ਨੀਚੇ ਡਰਮਿਸ ਲੇਅਰ ਹੈ ਜਿਹਦੇ ਵਿੱਚ ਤੁਸੀਂ ਬਲੱਡ ਵੈਸਲਸ ਦੇਖਦੇ ਹੋ, ਸਭ ਕੁਝ ਜਿਹੜਾ ਹੈ ਹੱਬ ਜਿਹੜਾ ਜਿਹਨੂੰ ਕਹਿੰਦੇ ਆ ਉਹ ਇੱਥੇ ਹੀ ਹੁੰਦਾ ਹੈ। ਡਰਮਿਸ ਲੇਅਰ ਜਿਹੜੀ ਹੁੰਦੀ ਹੈ ਉਹਨੂੰ ਜ਼ਿਆਦਾ ਡਿਟੇਲ 'ਚ ਜਿਹੜਾ ਹੈ ਪੜ੍ਹਿਆ ਜਾਂਦਾ ਹੈ।
So epidermis is made up of 5 layers of tissues. पहली layer हुंदी है जड़ी जी हुंदी है the basal layer or stratum germinativum. दूसरी layer जड़ी हुंदी है जी the prickle cell layer or the stratum spinosum हुंदी है. Third, the granular layer or the stratum granulosum. The fourth हुंदी है the clear layer or the stratum lucidum. और fifth layer जिन्हों कहंदे हन the cornified layer or the stratum corneum किया जाता है. First layer बारे गल करने हैं the basal layer or the stratum germinativum. So this is the layer where skin cells are formed and responsible for the growth of epidermis. ਇੱਥੇ ਸਾਡੇ ਨਵੇਂ cells ਜਿਹੜੇ ਆ ਉਹ form ਹੁੰਦੇ ਹਨ ਬਣਦੇ ਹਨ ਔਰ ਸਾਡਾ epidermis ਜਿਹੜਾ ਹੈ ਇੱਥੇ grow ਕਰਦਾ ਹੈ. These cells contain the early stages of keratin. Epidermis ਦੀ growth ਕਿਸ ਤਰ੍ਹਾਂ ਹੁੰਦੀ ਹੈ cell ਕਿਸ ਤਰ੍ਹਾਂ ਬਣਦੇ ਹਨ ਇੱਥੇ ਜਿਹੜੇ cells ਹੈ keratin ਦੀ help ਨਾਲ ਬਣਦੇ ਹਨ. Keratin ਇੱਕ protein ਹੈ. So these cells contain the early stages of keratin which is a protein and will eventually form either a protective layer on the top of the skin or be adapted to form nails or hair. So ਇੱਥੇ ਜਿਹੜਾ keratin produce ਹੁੰਦਾ ਹੈ keratin ਦੇ cells ਜਿਹੜੇ ਬਣਦੇ ਹਨ protein ਯਾਨੀ ਕਿ produce ਹੁੰਦਾ ਹੈ ਉਹ body ਦੀ requirement ਦੇ accordingly ਜਾਂ ਤੇ ਉਹ protective layer ਬਣਾਉਂਦਾ ਹੈ skin ਦੇ ਉੱਤੇ ਜਾਂ ਫਿਰ ਜਿਹੜਾ ਉਹੀ keratin ਜਿਹੜਾ ਹੈ ਉਹ consume ਕਰਦਾ ਹੈ nails or hair ਨੂੰ ਅੱਗੇ further grow ਕਰਨ ਦੇ ਵਿੱਚ. So basal layer ਦਾ further ਅੱਗੇ ਹੈ ਜੀ some of the cells in this layer also produces melanin. ਕੁਛ ਇਹਦੇ ਚ part ਜਿਹੜਾ ਹੁੰਦਾ ਹੈ ਉਹ melanin ਵੀ produce ਕਰਦਾ ਹੈ ਕੁਝ cells ਜਿਹੜੇ ਹੁੰਦੇ ਹਨ majorly ਇੱਥੇ ਜਿਹੜਾ keratin ਹੀ produce ਹੁੰਦਾ ਹੈ ਇਸ layer ਦੇ ਵਿੱਚ but to some extent ਜਿਹਨੂੰ ਕਹਿ ਸਕਦੇ ਹਾਂ ਅਸੀਂ melanin ਵੀ ਇੱਥੇ produce ਹੁੰਦਾ ਹੈ. All of the keratinocytes are produced from this single layer of cells which are constantly going through mitosis to produce new cells. So mitosis is ਇੱਕ process ਹੈ ਜਿੱਥੋਂ ਸਾਰੇ keratin ਦੇ cells ਜਿਹੜੇ ਉਹ ਨਿਕਲਦੇ ਹਨ. So mitosis ਕੀ ਹੈ? Mitosis is a process where the cells continually divide and reproduce themselves. So ਇਹ ਇੱਕ process ਹੈ ਜਿਹਦੇ ਵਿੱਚ cells ਜਿਹੜੇ ਹਨ ਉਹ further divide ਵੀ ਹੁੰਦੇ ਹਨ ਔਰ ਆਪਣੇ ਆਪ ਨੂੰ reproduce ਵੀ ਕਰਦੇ ਹਨ. As new cells are formed, the existing cells are pushed up and into the next layer of epidermis. So ਇੱਥੋਂ ਜਿਹੜੇ cells ਜਿਹੜੇ form ਹੁੰਦੇ ਹਨ ਥੋੜੇ ਜਿਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ melanin ਦੇ cells ਵੀ produce ਹੁੰਦੇ ਹਨ form ਹੁੰਦੇ ਹਨ और further ਅੱਗੇ ਜਿਹੜੇ ਹੈ ਜਿਹੜੇ ਜਿਸ ਤਰ੍ਹਾਂ ਹੀ ਨਵੇਂ cells ਬਣਨੇ ਸ਼ੁਰੂ ਹੁੰਦੇ ਹਨ ਪੁਰਾਣੇ cells ਜਿਹੜੇ ਉਹ ਖਤਮ ਹੁੰਦੇ ਹਨ ਉਹ ਧੀਰੇ ਧੀਰੇ ਜਿਹੜਾ ਉਹਨਾਂ ਨੂੰ push up ਕਰਨਾ ਸ਼ੁਰੂ ਕਰ ਦਿੰਦੇ ਹੈ ਔਰ next layer ਦੇ ਵਿੱਚ epidermis ਦੀ transfer ਕਰਦੇ ਹੈ. Two other cell types are found dispersed among the basal cells in the stratum basal. ਇਸ ਤੋਂ ਇਲਾਵਾ ਦੋ ਹੋਰ cells ਵੀ ਹੁੰਦੇ ਹਨ ਜਿਹੜੇ ਬਹੁਤ ਘੱਟ level ਦੇ ਵਿੱਚ ਇੱਥੇ ਪਾਏ ਜਾਂਦੇ ਹਨ. The first is the Merkel cell which functions as a receptor and is responsible for stimulating sensory nerves that the brain perceives as touch. So ਇਹ ਜਿਹੜੇ cells ਹੁੰਦੇ ਹਨ ਇਹ actually ਇੱਕ sensor ਦੇ ਕੰਮ ਕਰਦੇ ਹਨ ਜਿਹੜੇ brain ਤੱਕ ਜਿਹੜਾ ਹੈ signals ਪਹੁੰਚਾਉਣ ਚ help ਕਰਦੇ ਹਨ. So as a touch ਜਿਹੜਾ ਹੈ ਸਾਨੂੰ ਜਦੋਂ ਅਸੀਂ skin ਦੇ ਨਾਲ ਕਿਸੇ ਚੀਜ਼ ਨੂੰ touch ਕਰਦੇ ਹਾਂ ਉਹਦੇ ਤੋਂ ਸਾਨੂੰ idea ਹੁੰਦਾ ਹੈ ਕਿ ਹਾਂ ਇਹ ਕੀ ਚੀਜ਼ ਹੈ. So ਇਹ Merkel cells ਦੇ ਨਾਮ ਤੋਂ ਜਾਣੇ ਜਾਂਦੇ ਹਨ. These cells are especially abundant on the surfaces of hands and feet. So majorly ਸਾਡੇ ਜਿਹੜੇ ਇਹ cells ਜਿਹੜੇ ਹਨ ਅਸੀਂ hands or feet ਦੇ ਉੱਤੇ ਮਹਿਸੂਸ ਕਰਦੇ ਹਾਂ ਜਿਸ ਤਰ੍ਹਾਂ ਹੱਥ ਦੇ ਨਾਲ ਕੋਈ ਚੀਜ਼ ਫੜਨੇ ਆ ਜਾਂ ਪੈਰ ਜਿਸ ਤਰ੍ਹਾਂ ਧੁੱਪ 'ਚ ਜਾਂਦੇ ਆ ਤੇ ਪੈਰਾਂ ਨੂੰ ਮਹਿਸੂਸ ਹੁੰਦਾ ਹੈ ਕਿ ਗਰਮ ਹੈ ਜਾਂ ਅਸੀਂ ਗਰਮ ਬਰਤਨ ਕੋਈ ਉਠਾਉਂਦੇ ਆ ਹੱਥਾਂ ਦੇ ਨਾਲ. So basically ਇਹ cells ਸਾਨੂੰ ਜਿਹੜੇ produce ਹੁੰਦੇ ਹਨ ਉਹਦੇ ਤੋਂ idea ਹੁੰਦਾ ਹੈ ਉਹਦੇ ਤੋਂ touch ਤੋਂ idea ਹੁੰਦਾ ਹੈ ਜਿਹੜੇ ਕਿ brain ਤੱਕ signal ਪਹੁੰਚਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ. Second type of ਜਿਹੜਾ cell ਇੱਥੇ ਆਂਦਾ ਹੈ ਉਹ ਹੈ ਜੀ the second is a melanocyte, a cell that produces the pigment melanin. ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਥੋੜਾ ਜਿਹਾ portion melanin ਦਾ ਵੀ ਇੱਥੇ produce ਹੁੰਦਾ ਹੈ. So ਉਹਨੂੰ melanocyte cell ਦੇ ਨਾਮ ਤੋਂ ਜਾਣਿਆ ਜਾਂਦਾ ਹੈ. So melanin gives hair and skin its color and also protect the living cells of the epidermis from ultraviolet radiation damage. So melanin ਜਿਹੜਾ ਹੈ ਸਾਡਾ hair और skin ਦਾ color define ਕਰਨ 'ਚ help ਕਰਦਾ ਹੈ. ਜਿਸ ਤਰ੍ਹਾਂ ਮੈਂ last session 'ਚ ਵੀ ਤੁਹਾਨੂੰ ਦੱਸਿਆ ਸੀ ਕਿ darker skin ਹੈ ਤੇ melanin level ਜ਼ਿਆਦਾ ਹੁੰਦਾ ਹੈ. ਉਹੀ fair skin ਹੈ ਤੇ ਉਹਨਾਂ ਦਾ melanin level ਜਿਹੜਾ ਉਹ ਘੱਟ ਹੁੰਦਾ ਹੈ. So melanin ਦਾ ਕੰਮ ਹੁੰਦਾ ਹੈ ਕਿ ਸਾਨੂੰ ultraviolet ਜਿਹੜੀਆਂ radiation ਦੀਆਂ damage ਹੁੰਦਾ ਹੈ ਉਹਦੇ ਤੋਂ ਜਿਹੜਾ damage ਹੁੰਦਾ ਹੈ ਉਹਦੇ ਤੋਂ ਸਾਨੂੰ ਇਹ protect ਕਰਦੇ ਨੇ.
The cells here are plumb surrounded by the porous cell membrane full of cellular fluid called cytoplasm and with an active nucleus that is responsible for cell production and function and carries the genes inherited from our parents. So as layer ਦੇ ਵਿੱਚ ਜਿਹੜੇ cells ਹੁੰਦੇ ਹਨ ਉਹ ਸਾਡੇ plumb ਹੁੰਦੇ ਹਨ, ਉਹ ਕਾਫੀ healthy ਹੁੰਦੇ ਹਨ, ਕਾਫੀ heavy ਹੁੰਦੇ ਹਨ. So ਇਹ ਜਿਹੜੇ ਹੁੰਦੇ ਹਨ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਇੱਕ ਸੈਲੂਲਰ ਫਲੂਇਡ ਹੁੰਦਾ ਹੈ ਜਿਹਨੂੰ ਕਿ ਸਾਈਟੋਪਲਾਜ਼ਮ ਕਿਹਾ ਜਾਂਦਾ ਹੈ. ਸੋ ਇਹ ਲਿਕੁਇਡ ਸੋਲਿਊਸ਼ਨ ਹੁੰਦਾ ਹੈ ਜੀ, ਲਿਕੁਇਡ ਸੋਲਿਊਸ਼ਨ ਹੁੰਦਾ ਹੈ ਜਿਹੜਾ ਇੱਕ ਦੂਸਰੇ ਦੇ ਨਾਲ ਜੋੜਨ ਨੂੰ ਹੈਲਪ ਕਰਦਾ ਹੈ, ਸੈਲਸ ਨੂੰ ਜੋੜਨ 'ਚ ਹੈਲਪ ਕਰਦਾ ਹੈ. ਔਰ ਇਸ ਤੋਂ ਇਲਾਵਾ ਇਹਦੇ ਵਿੱਚ ਨਿਊਕਲੀਅਸ ਹੁੰਦਾ ਹੈ. ਨਿਊਕਲੀਅਸ ਬੇਸਿਕਲੀ ਸਾਡਾ ਉਹ ਪਾਰਟ ਹੁੰਦਾ ਹੈ ਜਿੱਥੇ ਸਾਡਾ ਜੈਨੇਟਿਕ ਜਿਹੜਾ ਸਾਨੂੰ ਪੇਰੈਂਟਸ ਤੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਹਨ ਉਹ ਜਿਹੜੇ ਸੈਲਸ ਹਨ ਉਹ ਪ੍ਰੋਡਿਊਸ ਹੁੰਦੇ ਹਨ. ਸੋ ਨਿਊਕਲੀਅਸ ਔਰ ਸਾਈਟੋਪਲਾਜ਼ਮ ਜਿਹੜੇ ਹੈ ਇੱਥੇ ਉਹ ਸੈਲਸ ਹੁੰਦੇ ਹਨ, ਜਨਰੇਟ ਹੁੰਦੇ ਹਨ ਜਿਹੜੇ ਕਿ ਅਸੀਂ ਦੇਖਦੇ ਹਾਂ ਕਿ ਹਾਂ ਸਾਡੇ ਜਿਸ ਤਰ੍ਹਾਂ ਕੋਈ ਬੋਡੀ ਪਾਰਟ ਹੈ ਉਹ ਸਾਡੇ ਪੇਰੈਂਟਸ ਦੇ ਹੈ. ਸੋ ਇੱਥੇ ਬੇਸਿਕਲੀ ਨਿਊਕਲੀਅਸ ਉਹ ਜਗ੍ਹਾ ਹੁੰਦੀ ਹੈ ਜਿੱਥੇ ਉਹ ਸੈਲਸ ਜਨਰੇਟ ਹੁੰਦੇ ਹਨ ਜਿਹਨੂੰ DNA ਵੀ ਕਿਹਾ ਜਾਂਦਾ ਹੈ. ਸੋ ਜੈਨੇਟਿਕ ਜਿਹਨੂੰ ਕਹਿੰਦੇ ਹਨ ਉਹ ਚੀਜ਼ਾਂ ਮਟੀਰੀਅਲ, ਜੈਨੇਟਿਕ ਮਟੀਰੀਅਲ ਜਿਹੜਾ ਪੇਰੈਂਟਸ ਤੋਂ ਅਸੀਂ ਅਡਾਪਟ ਕਰਨੇ ਆ ਉਹ ਸਾਡੇ ਇੱਥੇ ਨਿਊਕਲੀਅਸ ਦੇ ਵਿੱਚ ਜਿਹੜਾ ਹੈ ਸੈਲਸ ਪ੍ਰੋਡਿਊਸ ਹੁੰਦੇ ਹਨ. ਸੈਕੰਡ ਲੇਅਰ ਆਂਦੀ ਹੈ ਜੀ ਸਾਡੀ ਦ ਪ੍ਰਿਕਲ ਸੈਲ ਲੇਅਰ ਔਰ ਦ ਸਟ੍ਰੈਟਮ ਸਪਾਈਨੋਜ਼ਮ. So this is the layer where most of the cells have developed spines that connect them to surrounding cells. So ਇਹ ਸਾਡੀ ਦੂਸਰੀ ਲੇਅਰ ਹੈ ਜੀ ਜਿਹਦੇ ਵਿੱਚ ਜਿਹੜਾ ਹੈ ਕਿ ਸਪਾਈਨਸ ਜਿਹੜੇ ਨਿਕਲਣੇ ਸ਼ੁਰੂ ਹੋ ਜਾਂਦੇ, ਸਪਾਈਨਸ ਯਾਨੀ ਛੋਟੇ ਛੋਟੇ ਜਿਹੜੇ ਰੇਸ਼ੇ ਜਿਹੜੇ ਹੈ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਇੱਕ ਦੂਸਰੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਹਨ. ਸੋ ਜਦੋਂ ਇੱਕ ਦੂਸਰੇ ਨਾਲ ਜੁੜਦੇ ਹਨ ਤੇ ਇੱਕ ਦੂਸਰੇ ਨੂੰ ਜਿਹੜਾ ਹੈ ਗਰੋ ਕਰਨ 'ਚ ਹੈਲਪ ਵੀ ਕਰਦੇ ਹਨ. The nucleus is less active. Nucleus यानी कि ਜਿਹੜਾ ਅਸੀਂ ਮੈਂ ਤੁਹਾਨੂੰ ਉਹਨੇ ਦੱਸਿਆ ਸੀ ਜਿਹਦੇ ਤੋਂ ਸਾਨੂੰ genetic ਜਿਹੜਾ ਹੈ ਉਹ material ਮਿਲਦਾ ਹੈ ਅੱਗੇ further. So nucleus ਜਿਹੜਾ ਇੱਥੇ ਆ ਕੇ ਥੋੜਾ ਜਿਹਾ less active ਹੋ ਜਾਂਦਾ ਹੈ. So reproduction of cells ਵੀ ਜਿਹੜੀ ਇੱਥੇ ਹੁੰਦੀ ਹੈ ਉਹ slow down ਹੋ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਇੱਥੇ. It contains majorly the melanocyte cells. ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੀ ਜਿਹੜੀ basal layer ਸੀ ਉਹਦੇ ਵਿੱਚ ਕੁਝ ਹਿੱਸਾ ਜਿਹੜਾ ਹੈ ਮੈਲਨ ਪ੍ਰੋਡਿਊਸ ਹੁੰਦਾ ਹੈ, ਮੈਲਨੋਸਾਈਟ ਸੈਲਸ ਉੱਥੇ ਵੀ ਬਣਦੇ ਹਨ ਜਿਹੜੇ ਕਿ ਫਰਦਰ ਅੱਗੇ ਪੁਸ਼ ਕੀਤੇ ਜਾਂਦੇ ਹਨ ਇਸ ਲੇਅਰ ਤੱਕ. ਸੋ ਉਹ ਵਾਲੇ ਜਿਹੜੇ ਸੈਲਸ ਹੈ ਮੈਲਾਨਿਨ ਦੇ ਉਹ ਤੇ ਜਿਹੜੇ ਇੱਥੇ ਨਵੇਂ ਜਨਰੇਟ ਹੁੰਦੇ ਹਨ ਮਿਲ ਕੇ ਜਿਹੜਾ ਹੈ ਪ੍ਰੋਪਰ ਮੈਲਨੋਸਾਈਟ ਸੈਲਸ ਇੱਥੇ ਜਿਹੜੇ ਹੈ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਹੈ ਉੱਥੇ ਬਣਾਉਂਦੇ ਹਨ ਇਸ ਏਰੀਆ 'ਚ, ਇਸ ਲੇਅਰ 'ਚ, which produce the pigment melanin carried through the spines to other cells. So ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ spines ਰੇਸ਼ੇ ਵੀ ਹੋ ਸਕਦੇ ਹੈ, ਛੋਟੇ ਛੋਟੇ ਜਿਸ ਤਰ੍ਹਾਂ ਕਾਂਟਿਆਂ ਵਰਗੇ ਵੀ ਹੋ ਸਕਦੇ ਹੈ. ਸੋ ਉਹ ਜਿਹੜੇ ਹਨ ਨਿਕਲਣੇ ਸ਼ੁਰੂ ਹੁੰਦੇ ਹਨ, ਇੱਕ ਦੂਸਰੇ ਨਾਲ ਜੁੜਨੇ ਸ਼ੁਰੂ ਹੁੰਦੇ ਹਨ ਤੇ ਉਹ ਮੈਲਾਨਿਨ ਇੱਕ ਦੂਸਰੇ ਸੈੱਲ ਨੂੰ ਜਿਹੜਾ ਹੈ ਉਹ ਟ੍ਰਾਂਸਫਰ ਕਰਦੇ ਹਨ. These cells protect the lower layers of skin from UV damage from the sun. ਸੋ ਇਹ ਸੈਲਸ ਦਾ ਕੰਮ ਹੁੰਦਾ ਹੈ ਕਿ ਇਹ ਜਿਹੜਾ ਸਕਿਨ ਦੀ ਲੋਅਰ ਲੇਅਰਸ ਹੁੰਦੀਆਂ ਹਨ, ਹੋਰ ਨੀਚੇ ਡੈਪਥ ਵਿੱਚ ਜਿਹੜੀਆਂ ਲੇਅਰਸ ਹੁੰਦੀਆਂ ਹਨ ਉਹਨਾਂ ਨੂੰ UV ਡੈਮੇਜ ਦੇ ਯਾਨੀ ਸਨ ਦੇ UV ਰੇਡੀਏਸ਼ਨਸ ਤੋਂ ਜਿਹੜਾ ਹੈ ਉਹ ਪ੍ਰੋਟੈਕਟ ਕਰਦੇ ਹਨ. Prickle cell ਦਾ further ਹੈ ਜੀ, the darker the skin the more is the level of melanin and the fair skin has less melanin. ਸੋ ਇਹ ਫੈਕਟ ਅਸੀਂ ਪਿਛਲੀ ਕਲਾਸ 'ਚ ਵੀ ਪੜ੍ਹਿਆ ਸੀ ਕਿ ਜਿੰਨੀ ਡਾਰਕ ਸਕਿਨ ਹੁੰਦੀ ਹੈ ਮੈਲਾਨਿਨ ਦਾ ਲੈਵਲ ਉਨਾ ਹੀ ਜ਼ਿਆਦਾ ਹੁੰਦਾ ਹੈ ਔਰ ਸਕਿਨ ਜਿਹੜੀ ਹੈ ਜਿਨ੍ਹਾਂ ਦੀ ਫੇਅਰ ਹੁੰਦੀ ਹੈ, ਲਾਈਟ ਹੁੰਦੀ ਹੈ, ਉਹਨਾਂ 'ਚ ਮੈਲਾਨਿਨ ਜਿਹੜਾ ਉਹ ਘੱਟ ਹੁੰਦਾ ਹੈ. Overexposure to UV radiations causes sunburn, sun damage or suntan which penetrates to the lower levels and can cause problems in life. So starting ਦੇ ਵਿੱਚ ਤੁਹਾਨੂੰ ਉੱਪਰ ਲੱਗਦਾ ਹੈ ਕਿ ਹਾਂ UV radiations ਦੇ ਕੰਟੈਕਟ ਦੇ ਵਿੱਚ ਜਦੋਂ ਤੁਸੀਂ ਜ਼ਿਆਦਾ ਦੇਰ ਧੁੱਪ 'ਚ ਜਾਂਦੇ ਹੋ ਕਿ ਤੁਹਾਡੀ ਉੱਪਰ ਵਾਲੀ ਸਕਿਨ ਜਿਹੜੀ ਹੈ ਥੋੜੀ ਕਾਲੀ ਹੋ ਜਾਂਦੀ ਹੈ. ਹੌਲੀ ਹੌਲੀ ਸਮਟਾਈਮਸ ਜਿਹੜਾ ਹੈ ਸਨ ਡੈਮੇਜ ਜਿਹੜਾ ਹੈ ਉਹ ਸਨ ਬਰਨ ਦੇ ਵਿੱਚ ਵੀ ਕਨਵਰਟ ਹੋ ਜਾਂਦਾ ਹੈ ਕਿ ਸਕਿਨ ਉਨੇ ਹਿੱਸੇ ਤੋਂ ਬਿਲਕੁਲ ਪਰਮਾਨੈਂਟਲੀ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਜਲ ਜਾਂਦੀ ਹੈ, ਕਾਲੀ ਹੋ ਜਾਂਦੀ ਹੈ. ਉਹਨੂੰ ਸਨ ਟੈਨ ਵੀ ਕਿਹਾ ਜਾਂਦਾ ਹੈ ਸਟਾਰਟਿੰਗ 'ਚ, ਬਟ ਲੇਟਰ ਔਨ ਐਂਡ ਸਨ ਬਰਨ ਵੱਲ ਜਿਹੜਾ ਉਹ ਕਨਵਰਟ ਹੋ ਜਾਂਦੀ ਹੈ ਕਿ ਪਰਮਾਨੈਂਟਲੀ ਜਿਹੜਾ ਉਹ ਡੈਮੇਜ ਹੋ ਜਾਂਦਾ ਹੈ ਸਕਿਨ ਨੂੰ, ਕਲਰ ਜਿਹੜਾ ਉਹਦਾ ਚੇਂਜ ਹੋ ਜਾਂਦਾ ਹੈ ਔਰ ਉਹ ਜਿਹੜਾ ਡੈਮੇਜ ਹੈ ਹੌਲੀ ਹੌਲੀ ਨੀਚੇ ਲੇਅਰਸ 'ਚ ਵੀ ਪਹੁੰਚਦਾ ਹੈ ਔਰ ਫਾਈਨਲੀ ਜਿਹੜਾ ਹੈ ਸਾਡਾ ਕਲਰ ਜਿਹੜਾ ਹੈ ਉਨੇ ਹਿੱਸੇ ਦਾ ਜਿਹੜਾ ਜ਼ਿਆਦਾ ਧੁੱਪ ਦੇ ਐਕਸਪੋਜ਼ਰ 'ਚ ਆਉਂਦਾ ਹੈ ਉਹ ਪਰਮਾਨੈਂਟਲੀ ਚੇਂਜ ਹੋ ਜਾਂਦਾ ਹੈ. Overproduction of melanin stimulated by UV radiation leads to patches of darker skin at the back of hands, face or chest.
ਸੋ ਇੱਥੇ ਕੀ ਹੁੰਦਾ ਹੈ ਜੀ, ਇਸ ਲੇਅਰ ਦੇ ਵਿੱਚ ਜਦੋਂ ਮੈਲਾਨਿਨ ਪ੍ਰੋਡਿਊਸ ਹੁੰਦਾ ਹੈ, ਅਗਰ ਜ਼ਿਆਦਾ ਪ੍ਰੋਡਕਸ਼ਨ ਹੋ ਰਿਹਾ ਮੈਲਾਨਿਨ ਦਾ ਇਸ ਲੇਅਰ ਦੇ ਵਿੱਚ, ਔਰ ਉਹਦੇ ਨਾਲ ਜਿਹੜਾ ਹੈ ਅਸੀਂ ਇੱਕ ਤੇ ਮੈਲਾਨਿਨ ਸਾਡਾ ਜਿਹੜਾ ਹੈ ਕਿ ਉਹ ਜ਼ਿਆਦਾ ਪ੍ਰੋਡਿਊਸ ਹੋ ਰਿਹਾ ਹੈ, ਦੂਸਰਾ ਅਸੀਂ ਧੁੱਪ 'ਚ ਜ਼ਿਆਦਾ ਜਾ ਰਹੇ ਹਾਂ, ਤੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਮਿਲ ਕੇ ਨੇ ਸਾਡੀ ਸਕਿਨ ਜਿਹੜੀ ਹੈ ਉਹਦੇ ਉੱਤੇ ਡਾਰਕਰ ਕਲਰ ਦੇ ਪੈਚਸ ਜਿਹੜੇ ਉਹ ਪਾ ਦਿੰਦੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਸਾਡਾ ਹੱਥ ਜੇ ਜ਼ਿਆਦਾ ਧੁੱਪ 'ਚ ਰਹਿੰਦਾ ਤੇ ਹੱਥ ਕਾਲੇ ਹੋ ਜਾਂਦੇ ਹੈ, ਪੈਰ ਕਾਲੇ ਹੋ ਜਾਂਦੇ ਹੈ, ਈਵਨ ਫੇਸ ਹੈ ਸਾਡਾ। ਸੋ ਓਵਰ ਪ੍ਰੋਡਕਸ਼ਨ ਆਫ ਮੈਲਾਨਿਨ ਵੀ ਨਹੀਂ ਹੋਣਾ ਚਾਹੀਦਾ ਇਸ ਏਰੀਆ ਦੇ ਵਿੱਚ। When the skin loses its ability to produce melanin or there is less production of melanin, the vitiligo or leukoderma appears on skin which are the lighter patches. So ਅਗਰ ਸਾਡੇ skin ਦੇ ਵਿੱਚ ਇਸ layer ਦੇ ਵਿੱਚ melanin produce ਕਰਨ ਦੀ capacity ability ਜਦੋਂ ਘਟ ਜਾਂਦੀ ਹੈ, ਉਸ ਟਾਈਮ ਤੇ ਸਾਨੂੰ vitiligo ਜਿਹਨੂੰ ਤੁਸੀਂ ਕਹਿੰਦੇ ਹੋ ਸਫੇਦ ਜਿਹੜੇ ਪੈਚ ਪੈਣੇ ਸ਼ੁਰੂ ਹੋ ਜਾਂਦੇ ਹਨ skin ਦੇ ਉੱਤੇ, ਜਾਂ leukoderma ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਲਾਈਟਰ ਪੈਚਸ ਦੇ ਵਿੱਚ ਹੌਲੀ ਹੌਲੀ ਸ਼ੁਰੂ ਹੁੰਦੀਆਂ ਹਨ ਔਰ ਧੀਰੇ ਧੀਰੇ ਇਹ ਸਾਡੀ ਸਕਿਨ ਦੇ ਉੱਤੇ ਵਧਣਾ ਸ਼ੁਰੂ ਹੋ ਜਾਂਦੀਆਂ ਹਨ। ਸੋ ਮੈਲਾਨਿਨ ਦਾ ਘੱਟ ਹੋਣਾ ਵੀ ਠੀਕ ਨਹੀਂ ਹੈ ਔਰ ਮੈਲਾਨਿਨ ਦਾ ਓਵਰ ਪ੍ਰੋਡਕਸ਼ਨ ਹੋਣਾ ਵੀ ਠੀਕ ਨਹੀਂ ਹੁੰਦਾ। This way melanocytes play a major role in the change of the tone of the skin of a person. ਸੋ ਇਸ ਤਰ੍ਹਾਂ ਅਸੀਂ ਇਸ ਲੇਅਰ ਬਾਰੇ ਜਾਣਿਆ ਕਿ ਮੇਜਰਲੀ ਮੈਲਾਨੋਸਾਈਟਸ ਜਿਹਨੂੰ ਕਹਿੰਦੇ ਮੈਲਾਨਿਨ ਪ੍ਰੋਡਿਊਸਿੰਗ ਸੈਲਸ ਜਿਹੜੇ ਹੈ ਉਹ ਇੱਥੇ ਜਨਰੇਟ ਹੁੰਦੇ ਹਨ ਇਸ ਲੇਅਰ ਦੇ ਵਿੱਚ, ਜਿਹੜੇ ਸਾਡਾ ਸਕਿਨ ਟੋਨ, ਸਾਡਾ ਹੇਅਰ ਟੋਨ ਜਿਹੜਾ ਹੈ ਉਹਨੂੰ ਡਿਫਾਈਨ ਕਰਦੇ ਹਨ। ਸੋ ਬਹੁਤ ਜ਼ਿਆਦਾ ਮੈਲਾਨਿਨ ਦਾ ਪ੍ਰੋਡਕਸ਼ਨ ਔਰ ਬਹੁਤ ਘੱਟ ਪ੍ਰੋਡਕਸ਼ਨ ਦੋਨੋਂ ਹੀ ਹਾਰਮਫੁਲ ਹੁੰਦੇ ਹਨ। ਨੈਕਸਟ ਆਉਂਦਾ ਜੀ ਸਾਡਾ ਦ ਗ੍ਰੈਨੂਲਰ ਲੇਅਰ। ਦਿਸ ਇਜ਼ ਦ ਲੇਅਰ ਵੇਅਰ ਦ ਸੈਲਸ ਬਿਗਿਨ ਟੂ ਡਾਈ। ਇੱਥੇ ਆ ਕੇ ਜੀ ਸਾਡੇ ਜਿਹੜੇ ਸੈੱਲ ਆਲਰੇਡੀ ਜਨਰੇਟ ਹੁੰਦੇ ਹਨ, ਜਿਸ ਤਰ੍ਹਾਂ ਕਿ ਅਸੀਂ ਪੜ੍ਹਿਆ ਹੈ ਕਿ ਹਾਂ ਸਕਿਨ ਜਿਹੜਾ ਹੈ, ਸਕਿਨ ਦਾ ਇੱਕ ਫੰਕਸ਼ਨ ਇਹ ਵੀ ਸੀ ਕਿ ਸਕਿਨ ਆਪਣੇ ਆਪ ਨੂੰ ਹੀਲ ਕਰਦੀ ਹੈ, ਨਵੇਂ ਸੈਲਸ ਬਣਦੇ ਹਨ, ਪੁਰਾਣੀ ਸਕਿਨ ਜਿਹੜੀ ਹੈ ਉੱਪਰੋਂ ਹਟ ਜਾਂਦੀ ਹੈ, ਨੀਚੇ ਨਵੀਂ ਸਕਿਨ ਆ ਜਾਂਦੀ ਹੈ, ਜਾਂ ਈਵਨ ਕਿਸੇ ਨੂੰ ਕੋਈ ਜ਼ਖਮ ਵੀ ਹੋ ਜਾਂਦਾ ਹੈ ਤੇ ਉਹ ਆਪਣੇ ਆਪ ਜਿਹੜੀ ਸਕਿਨ ਜਿਹੜੀ ਹੈ ਇੰਟਰਨਲ ਸਿਸਟਮ ਜਿਹੜਾ ਹੈ ਉਹਨੂੰ ਹੀਲ ਕਰਦਾ ਹੈ ਔਰ ਸਾਡਾ ਜ਼ਖਮ ਜਿਹੜਾ ਹੈ ਉਹ ਭਰਨਾ ਸ਼ੁਰੂ ਹੋ ਜਾਂਦਾ ਹੈ। ਸੋ ਇੱਥੇ ਜਿਹੜੇ ਹੈ ਸਾਡੇ ਸੈਲਸ ਜਿਹੜੇ ਅਸੀਂ ਜਨਰੇਟ ਹੁੰਦੇ ਹਨ ਸਾਡੇ ਅੰਦਰ, ਉਹ ਖਤਮ ਹੋਣਾ ਸ਼ੁਰੂ ਹੋ ਜਾਂਦੇ ਹਨ। ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਹਾਂ ਉਹ ਰੀਪਰੋਡਿਊਸ ਨਹੀਂ ਹੋਣਗੇ। ਡੈਫੀਨੇਟਲੀ ਸਾਡੀ ਸਕਿਨ ਹੈਲਦੀ ਹੈ ਤੇ ਉਹ ਰੀਪਰੋਡਿਊਸ ਹੁੰਦੇ ਹਨ। The cells are less plump and the nucleus begins to break. ਸੋ ਇੱਥੇ ਆ ਕੇ ਨਿਊਕਲੀਅਸ ਸਾਡਾ ਬ੍ਰੇਕਡਾਊਨ ਹੋ ਜਾਂਦਾ ਹੈ ਉਹਦਾ। ਸੋ ਸੈਲਸ ਜਿਹੜੇ ਹਨ ਲੈਸ ਪਲੰਪੀ ਹੋ ਜਾਂਦੇ ਹਨ, ਸ਼ਰਿੰਕ ਹੋਣੇ, ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ। The cytoplasm cellular fluid ਜਿਹੜਾ ਜੋੜ ਕੇ ਰੱਖਦਾ ਹੈ। ਸੋ ਸਾਈਟੋਪਲਾਸਮ ਕੀ ਹੈ ਕਿ ਇੱਕ ਤਰ੍ਹਾਂ ਦਾ ਗਲੂ ਹੈ। ਸੋ ਇਹ ਗਲੂ ਜਿਹੜਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਂ ਸੈਲਸ ਨੂੰ ਆਪਸ 'ਚ ਬਾਈਂਡ ਕਰਕੇ ਰੱਖਦਾ ਹੈ, ਇਹ ਥਿਕਨ ਹੋਣਾ ਸਟਾਰਟ ਹੋ ਜਾਂਦਾ ਹੈ, ਇੱਥੇ ਥਿਕ ਹੋਣਾ ਸ਼ੁਰੂ ਹੋ ਜਾਂਦਾ ਹੈ ਐਂਡ ਬਿਕਮਿੰਗ ਗ੍ਰੈਨੂਲਰ ਵੇਅਰ ਕੈਰਾਟਿਨ ਬਿਗਿਨਸ ਟੂ ਫਾਰਮ। ਔਰ ਕੈਰਾਟਿਨ ਦਾ ਅਗੇਨ ਪ੍ਰੋਡਕਸ਼ਨ ਹੋਣਾ ਜਿਹੜਾ ਉਹ ਸਟਾਰਟ ਹੋ ਜਾਂਦਾ ਹੈ, ਕੈਰਾਟਨਾਈਜ਼ਡ ਹੋ ਜਾਂਦੇ ਨੇ ਇੱਥੇ ਆ ਕੇ ਸੈਲਸ। ਸੋ ਸਾਈਟੋਪਲਾਜ਼ਮ ਕੀ ਹੈ ਬੇਸਿਕਲੀ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਾਡਾ ਬਲੋਟਿੰਗ ਹੁੰਦਾ ਹੈ, ਸਾਡਾ ਬਲੱਡ ਜਿਹੜਾ ਹੈ ਕਲੌਟਸ ਹੁੰਦੇ ਹਨ। ਸੋ ਬੇਸਿਕਲੀ ਇਹ ਸਾਈਟੋਪਲਾਜ਼ਮ ਜਦੋਂ ਥਿੱਕਰ ਹੁੰਦਾ ਹੈ ਉਸ ਟਾਈਮ ਤੇ ਇਹ ਸਿਚੁਏਸ਼ਨ ਹੁੰਦੀ ਹੈ। ਸੋ ਦ ਕਲੀਅਰ ਲੇਅਰ ਔਰ ਦ ਸਟ੍ਰੈਟਮ ਲੂਸੀਡਮ ਇਹ ਨੈਕਸਟ ਲੇਅਰ ਹੈ ਜੀ ਸਾਡੀ। ਸੋ ਦਿਸ ਇਜ਼ ਦ ਥਿਕ ਹੇਅਰਲੈਸ ਸਕਿਨ ਫਾਊਂਡ ਓਨਲੀ ਔਨ ਹੈਂਡਸ ਐਂਡ ਫੀਟ। ਸੋ ਇਹ ਜਿਹੜੀ ਸਟ੍ਰੈਟਮ ਲੂਸੀਡਮ ਹੁੰਦੀ ਹੈ ਸਿਰਫ ਹੈਂਡਸ ਔਰ ਫੀਟ ਦੇ ਉੱਤੇ ਪਾਈ ਜਾਂਦੀ ਹੈ ਇਹ ਵਾਲੀ ਲੇਅਰ, ਕਿਉਂਕਿ ਇਹ ਹੇਅਰਲੈਸ ਸਕਿਨ ਹੁੰਦੀ ਹੈ। This clear layer helps to form dips and ridges in our hands and feet, which ultimately help hands to hold things and feet to grip the ground. These dips and ridges formed are also known as finger or handprints, and same is with the feet as well. So ਇਹੀ layer ਹੈ ਜਿਹੜੀ ਸਾਡੇ hands ਔਰ feet ਦੇ ਵਿੱਚ ਜਿਹੜੇ ਹੈ ridges ਜਿਹੜੇ ਹੁੰਦੇ ਹਨ ਜਾਂ digs ਹੁੰਦੇ ਹਨ, dips ਹੁੰਦੇ ਹਨ, ਜਿਹੜੇ ਉਹਨਾਂ ਨੂੰ ਜਿਹੜੇ ਉਹ ਜਨਰੇਟ ਕਰਦੇ ਹੈ। ਸੋ ਸਾਡੇ ਹੱਥ ਦੀ ਫਲੈਕਸੀਬਿਲਿਟੀ ਜਿਸ ਤਰ੍ਹਾਂ ਹੁੰਦੀ ਹੈ, ਫੀਟ ਦੀ ਫਲੈਕਸੀਬਿਲਿਟੀ ਜਿਸ ਤਰ੍ਹਾਂ ਹੁੰਦੀ ਹੈ, ਗ੍ਰਿਪਿੰਗ ਪਾਰਟ ਜਿਹੜੀ ਹੁੰਦੀ ਹੈ ਉਹ ਇਸ ਲੇਅਰ ਕਰਕੇ ਹੁੰਦੀ ਹੈ। ਸੋ ਇਹ ਪ੍ਰੋਵਾਈਡ ਕਰਦੀ ਹੈ ਟਿਪਸ ਔਰ ਰਿਜਿਸ ਜਿਹੜੇ ਹੈ ਸਾਡੇ ਹੱਥ ਦੇ ਵਿੱਚ, ਫੀਟ ਦੇ ਵਿੱਚ। ਸੋ ਅਗਰ ਇਹ ਨਹੀਂ ਹੁੰਦੇ, ਬਿਲਕੁਲ ਸਾਡੇ ਫਲੈਟ ਹੁੰਦੇ ਹੱਥ, ਬਿਲਕੁਲ ਟਰਨ ਨਹੀਂ ਕਰ ਸਕਦੇ ਅਸੀਂ, ਫੋਲਡ ਨਹੀਂ ਕਰ ਸਕਦੇ, ਤੇ ਉਸ ਹਿਸਾਬ ਨਾਲ ਸਾਡੀ ਚੀਜ਼ਾਂ ਨੂੰ ਹੋਲਡ ਕਰਨ ਦੀ ਗ੍ਰਿਪ ਵੀ ਨਹੀਂ ਹੁੰਦੀ ਔਰ ਈਵਨ ਅਸੀਂ ਜ਼ਮੀਨ ਦੇ ਉੱਤੇ ਵੀ ਆਰਾਮ ਦੇ ਨਾਲ ਗ੍ਰਿਪ ਬਣਾ ਕੇ ਅਸੀਂ ਨਹੀਂ ਚੱਲ ਪਾਉਂਦੇ, ਅਸੀਂ ਡਿੱਗ ਜਾਂਦੇ।
ਸੋ ਜਿਹੜੇ ਸਾਡੇ ਹੱਥਾਂ ਦੇ ਉੱਤੇ ਜਾਂ ਪੈਰਾਂ ਦੇ ਉੱਤੇ ਪ੍ਰਿੰਟਸ ਵੀ ਹੁੰਦੇ ਹਨ ਉਹ ਸੇਮ ਐਸੇ ਕਰਕੇ ਹੀ ਹੁੰਦੇ ਹਨ, ਐਸੇ ਲੇਅਰ ਕਰਕੇ ਹੀ ਹੁੰਦੇ ਹਨ। This type of skin does not produce sebum, natural oil, as it can make our hand and feet slippery. So ਜਿਸ ਤਰ੍ਹਾਂ ਦੱਸਿਆ ਸੀ ਤੁਹਾਨੂੰ hairless skin ਜਿਹੜੀ ਹੈ ਇਹਦੇ ਤੇ hair follicles ਨਹੀਂ ਹੁੰਦੇ ਹਨ। ਸੋ ਇਸ ਕਰਕੇ ਇਹ ਜਿਹੜਾ sebum produce ਨਹੀਂ ਕਰਦੀ, oil produce ਨਹੀਂ ਕਰਦੀ ਹੈ। ਅਗਰ oil produce ਕਰੇ ਸਾਡਾ ਹੱਥਾਂ ਦਾ ਜਿਹੜੇ ਤਲਵੇ ਹੱਥਾਂ ਦੇ ਜਿਹੜੇ palms ਹੁੰਦੇ ਨੇ, ਪੈਰਾਂ ਦੇ ਜਿਹੜੇ ਤਲਵੇ ਹੁੰਦੇ ਹਨ, ਅਗਰ ਇਹਨਾਂ 'ਚ oil produce ਹੋਣਾ ਸ਼ੁਰੂ ਹੋ ਜਾਏਗਾ ਤੇ ਫਿਰ ਜਿਹੜਾ ਸਾਡਾ ਹੈ ਕਿ slippery surface ਹੋ ਜਾਏਗਾ ਔਰ ਸਾਡੀ grip ਜਿਹੜੀ ਹੈ ਨਹੀਂ ਬਣ ਪਾਏਗੀ। The clear layer or the stratum lucidum, the next part ਹੈ ਜੀ, the clear skin produces sweat from millions of sweat glands. Definitely ਅਗਰ ਜਿਹੜਾ sebum oil produce ਨਹੀਂ ਕਰਦੀ but definitely sweat ਪਸੀਨਾ ਜਿਹਨੂੰ ਕਹਿੰਦੇ ਆ produce ਹੁੰਦਾ ਇਹਦੇ ਤੇ। Millions of sweat glands ਹੁੰਦੇ ਹਨ ਜਿਹੜੇ ਕਿ sweat produce ਕਰਦੇ ਹਨ। Optimum amount of sweat production in palms is good for the grip of things, but on the contrary, if excess sweat can make the palms slippery as well. So ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ sweat ਜਿਹੜਾ ਹੈ ਹੋਣਾ ਹੱਥਾਂ ਦੇ ਵਿੱਚ ਆਣਾ ਅੱਛੀ ਚੀਜ਼ ਹੈ, moisturized ਰਹਿੰਦੇ ਹੈ ਸਾਡੇ ਹੱਥ ਪੈਰ। but ਅਗਰ excess ਦੇ ਵਿੱਚ ਵੀ sweat ਜਿਹੜਾ ਹੈ ਉਹ produce ਹੋਣਾ ਸ਼ੁਰੂ ਹੋ ਜਾਂਦਾ ਹੈ ਹੱਥਾਂ 'ਚ ਪੈਰਾਂ 'ਚ ਤੇ ਉਹ ਸਾਡੀ gripping part ਜਿਹੜੀ ਹੈ ਉਹਨੂੰ ਘਟਾ ਦਿੰਦਾ ਵਾ। ਸਾਡਾ ਹੱਥ ਜਿਹੜਾ ਹੈ ਚੀਜ਼ਾਂ ਪਕੜਨ 'ਚ grip ਨਹੀਂ ਕਰ ਪਾਉਂਦੇ ਔਰ ਪੈਰ ਜਿਹੜਾ ਹੈ properly ਜਿਹੜਾ ਹੈ ਉਹ ਚੱਲਣ 'ਚ ਜਿਹੜਾ ਹੈ grip ਨਹੀਂ ਬਣਾ ਪਾਉਂਦੇ। Excess sweat may be due to nervousness, fright, and emotional moment or hormonal imbalances. So sweat ਦਾ excess ਜਿਹੜਾ ਹੈ ਉਹ excess ਉਦੋਂ produce ਹੁੰਦਾ ਹੈ sometimes ਜਦੋਂ ਨਰਵਸਨੈਸ ਹੋਵੇ, ਸਾਨੂੰ ਫਰਾਈਟ ਹੋਵੇ, ਕਿਸੇ ਚੀਜ਼ ਦਾ ਡਰ ਹੋਵੇ, ਕੋਈ ਇਮੋਸ਼ਨਲ ਮੂਮੈਂਟ ਹੋਵੇ, ਕੋਈ ਜਾਂ ਹਾਰਮੋਨਲ ਇੰਬੈਲੈਂਸਿਸ ਕਰਕੇ ਵੀ ਜਿਹੜਾ ਹੈ ਐਕਸੈਸ ਸਵੈਟ ਜਿਹੜਾ ਹੈ ਸਾਡੇ ਹੱਥਾਂ ਔਰ ਪੈਰਾਂ 'ਚ ਜਿਹੜਾ ਹੈ ਆਉਣਾ ਸ਼ੁਰੂ ਹੋ ਜਾਂਦਾ ਹੈ। So next ਆਂਦਾ ਹੈ ਜੀ the conified layer or the stratum corneum. So this is the uppermost layer of skin. ਇਹ ਸਾਡਾ next part ਹੈ ਜੀ। uppermost layer ਹੁੰਦੀ ਹੈ skin ਦੀ the most superficial layer of the epidermis and is the layer exposed to the outside environment. ਸਭ ਤੋਂ ਉੱਪਰ ਜਿਹੜੀ layer ਹੈ, ਜਿਹੜੀ side effects ਜਿੰਨੇ ਵੀ ਹੋਣੇ ਸ਼ੁਰੂ ਹੁੰਦੇ ਹਨ, exposure ਜਿਹੜਾ ਹੈ environmental ਜਿੰਨੇ ਵੀ ਹੁੰਦੇ ਹਨ, sun ਦਾ ਹੈ, pollution ਦਾ ਹੈ, ਉਹ ਸਾਰੇ ਜਿਹੜੇ ਹੈ ਇੱਕ conified layer ਜਾਂ stratum layer ਜਿਹੜੀ ਹੈ ਉਹ ਇਹਨੂੰ ਜਿਹੜਾ ਹੈ ਉਹ ਝੇਲਦੀ ਹੈ। Next is the increased keratinization, also called cornification of the cells in this layer, gives it its name, which means nucleus is lost, cells got flattened, and all the cytoplasm become keratinized. So जी ਇਹਦੇ 'ਚ ਹੈ ਕਿ keratinization ਜਿਹਨੂੰ ਕਹਿੰਦੇ ਹਨ, one second ਜੀ। So keratinization ਜਿਹਨੂੰ ਕਹਿੰਦੇ ਹਨ also ਇੱਥੇ ਜਿਹੜਾ ਹੈ ਉਹ ਹੋਣਾ ਸਟਾਰਟ ਹੋ ਜਾਂਦਾ ਹੈ। ਨਿਊਕਲੀਅਸ ਜਿਹੜਾ ਹੈ ਸਾਡਾ ਬਿਲਕੁਲ ਲੋਸਟ ਹੁੰਦਾ ਹੈ, ਬਿਲਕੁਲ ਨਹੀਂ ਹੁੰਦਾ ਇੱਥੇ ਨਿਊਕਲੀਅਸ। ਸੋ ਸੈਲਸ ਜਿਹੜੇ ਹਨ ਜਿਹੜੇ ਪਲੰਪੀ ਹੁੰਦੇ ਹਨ ਜਾਂ ਸ਼ਰਿੰਕ ਹੋਣੇ ਸ਼ੁਰੂ ਹੋ ਗਏ ਹੁੰਦੇ ਹਨ, ਇਸ ਲੇਅਰ ਦੇ ਵਿੱਚ ਸੈਲਸ ਜਿਹੜੇ ਉਹ ਬਿਲਕੁਲ ਫਲੈਟਨ ਹੋ ਜਾਂਦੇ ਹਨ ਐਂਡ ਆਲ ਦ ਸਾਈਟੋਪਲਾਜ਼ਮ ਜਿਹੜੇ ਹੁੰਦੇ ਹਨ ਸਾਰੇ ਕੈਰਟਨਾਈਜ਼ਡ ਹੋ ਜਾਂਦੇ ਹਨ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਜਿਹੜੇ ਸੈਲਸ ਜਿਹੜੇ ਹੈ ਸਾਡੇ ਉਹ ਸ਼ਰਿੰਕ ਹੋਣੇ ਸ਼ੁਰੂ ਹੋ ਜਾਂਦੇ ਹਨ, ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ, ਨਿਊਕਲੀਅਸ ਖਤਮ ਹੋ ਜਾਂਦਾ ਹੈ। ਸੈਲਸ ਜਦੋਂ ਫਲੈਟਨ ਹੋ ਜਾਂਦੇ ਹਨ ਸੋ ਮੂਵ ਕਰਨ ਦੇ ਵਿੱਚ, ਰੀਪਰੋਡਿਊਸ ਕਰਨ ਦੇ ਵਿੱਚ ਜਿਹੜੇ ਉਹ ਥੋੜੇ ਡਿਫਿਕਲਟੀ ਹੁੰਦੀ ਹੈ। ਸੋ ਫਿਰ ਤੋਂ ਨਵਾਂ ਟਾਈਮ ਲੈਂਦੇ ਹਨ, ਨਵਾਂ ਟਾਈਮ ਹੁੰਦਾ ਹੈ ਸਟਾਰਟ, ਨਵੇਂ ਸੈਲਸ ਜਿਹੜੇ ਹੈ ਫਿਰ ਤੋਂ ਰੀਜਨਰੇਟ ਹੋਣੇ ਸ਼ੁਰੂ ਹੁੰਦੇ ਹਨ ਔਰ ਸਾਡੀ ਵਾਪਿਸ ਤੋਂ ਜਿਹੜਾ ਹੈ ਸਟਰਕਚਰ ਜਿਹੜਾ ਹੈ ਇਸ ਤਰ੍ਹਾਂ ਉਹ ਚੱਲਦਾ ਰਹਿੰਦਾ ਹੈ। The flat cells are held together with the help of lipids, a natural fat produced by skin, together with sebum and sweat and keratin bonds. This works as a great barrier for the protection of your skin. So ਜਿਹੜੇ ਵੀ cells flat ਹੁੰਦੇ ਹਨ ਹੌਲੀ ਹੌਲੀ definitely cells ਨੇ die ਹੋਣਾ ਹੈ, ਫਿਰ ਤੋਂ ਦੁਬਾਰਾ regenerate ਹੋਣਾ ਹੈ, ਫਿਰ plumpy situation ਚ ਆਉਣਾ ਉਹਨਾਂ ਨੇ। ਸੋ ਇਸ ਤਰ੍ਹਾਂ ਇਹ process ਜਿਹੜਾ ਹੈ circle ਜਿਹੜਾ ਹੈ ਚੱਲਦਾ ਰਹਿੰਦਾ ਹੈ।
ਸੋ ਇਸ ਲੇਅਰ ਦੇ ਵਿੱਚ ਜਿਹੜੇ ਸੈੱਲ ਫਲੈਟ ਹੋ ਗਏ ਹਨ, ਜਿਹੜੇ ਪਿਛਲੇ ਲੇਅਰ ਦੇ ਵਿੱਚ ਸ਼ਰਿੰਕ ਹੋਏ ਸੀ ਹੁਣ ਬਿਲਕੁਲ ਹੀ ਫਲੈਟ ਹੋ ਜਾਂਦੇ ਹਨ। ਸੋ ਉਹਨਾਂ ਨੂੰ ਫਿਰ ਵੀ ਨਾਲ ਜੋੜ ਕੇ ਰੱਖਿਆ ਜਾਂਦਾ ਹੈ ਵਿਦ ਦੀ ਹੈਲਪ ਆਫ ਲਿਪਿਡਸ। ਸੋ ਲਿਪਿਡ ਕੀ ਹੁੰਦਾ ਹੈ, ਇੱਕ ਨੈਚੁਰਲ ਫੈਟ ਹੁੰਦਾ ਹੈ ਜਿਹੜੀ ਸਕਿਨ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ। ਸੋ ਇਹਨੂੰ ਜਿਹੜਾ ਹੈ ਨਾਲ ਟੁਗੇਦਰ ਜੋੜ ਕੇ ਰੱਖਣ ਵਾਸਤੇ ਸੈਲਸ ਨੂੰ ਜਿਹੜਾ ਹੈ ਸੈਬਮ ਔਰ ਸਵੈਟ ਦੀ ਵੀ ਜ਼ਰੂਰਤ ਹੁੰਦੀ ਹੈ, ਕੈਰਾਟਿਨ ਬੌਂਡਸ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਇਹ ਸਾਰੇ ਮਿਲ ਕੇ ਜਿਹੜੇ ਹੈ ਸੈਲਸ ਨੂੰ ਨਾਲ ਜੋੜ ਕੇ ਰੱਖਦੇ ਹਨ, ਉਹਨੂੰ ਫਰਦਰ ਰਿਕਵਰ ਕਰਨ ਚ ਜਾਂ ਰੀਪਰੋਡਿਊਸ ਕਰਨ ਚ ਉਹਨੂੰ ਜਿਹੜਾ ਹੈ ਉਹ ਹੈਲਪ ਕਰਦੇ ਹਨ। ਸੋ ਇੱਕ ਗ੍ਰੇਟ ਬੈਰੀਅਰ ਵੀ ਹੁੰਦੇ ਹਨ ਪ੍ਰੋਟੈਕਸ਼ਨ, ਜਿਹੜੇ ਸਾਡੇ ਸਕਿਨ ਦੀ ਪ੍ਰੋਟੈਕਸ਼ਨ ਕਰਦੇ ਹਨ। But during the process of desquamation, bonds broke down irrespective of naturally, but can speed up by environmental excesses such as pollution or hard water, leading to dry, dull or damaged skin. So desquamation एक process है जिहदे विच definitely naturally ते जिहड़े broke down होने हन वो system है साडा अंदर की खत्म हुंदे हन, cells फिर regenerate हुंदे हन। बट उस तो इलावा समटाइम्स असीं जदों ध्यान नहीं दिंदे हां ते साडी ये जिहड़ी उपर वाली टॉपमोस्ट लेयर है वो एनवायरमेंटल एक्सेसिस के कारण जिहड़ी है वो जल्दी डैमेज होना शुरू हो जाती है या परमानेंटली उहदे सैल्स जिहड़े है वो डैमेज हो जाते हैं कि दोबारा रीजनरेट ही नहीं होंदे हन। सो वो पोल्यूशन भी हो सकता है, हार्ड वाटर भी हो सकता है। सो जिहदे करके साडी स्किन जिहड़ी है ड्राई हो जाती है, डल हो जाती है, डैमेज हो जाती है। सो एक परमानेंट जिन्हों कहते हैं कि ये डैमेज हो जाता है स्किन नूं, जिहदे विच या तो सैल जनरेट होने दी या स्किन दा रिन्यू होने दा स्पीड बहुत घट जाता है या बिल्कुल खत्म हो जाता है। साडी स्किन एकदम बेजान जी जिहड़ी उपरों है नज़र आनी स्टार्ट हो जाती है। बट अगर थोड़ा जा जिन्हों कहते नैचुरली जिहड़ा ब्रोक डाउन हुंदा है जिहड़े बॉन्ड्स का, उन्हां नूं कुछ हद तक असीं जिहड़ा है वो रिन्यू कर सकने हां उस सैल्स नूं, जिस तरह फेशियल्स लैके स्क्रब करके या होर भी बहुत सारिया मार्केट च चीज़ां आंदियां हन। So this dry dead layer helps prevent the penetration of microbes and the dehydration of underlying tissues and provides a mechanical protection against abrasion for the more delicate underlying layers. So कुछ हद तक जिहड़ी dry layer जिहड़ी हुंदी है, dead layer जिहड़ी हुंदी है, वो helpful हुंदी है साडे वास्ते कि वो अंदर बैक्टीरिया नहीं जान दिंदी, dirt नहीं जान दिंदी और ईवन साडियां नीचे वाली layers नूं जिहड़ी है protect रख करके रखदी है। बट अगर जिहड़ा है ओवर एक्सपोजर जदों हो जाता है किसी चीज़ का, पोल्यूशन च हो जाता है, धुप च हो जाता है, सो जिहड़ी ड्राई डैमेज लेयर है वो सानू ईवन जिहड़ी है वो हर्ट करना शुरू कर दिंदी है। समटाइम एलर्जीज हो जाती हैं, उहदे ते ड्राइनेस होने करके क्रैक पै जाते हैं, इचीनेस हुंदी है। सो राइट अमाउंट, राइट लैवल जिहड़ा है वो हर चीज़ का होना जरूरी है स्किन दे विच भी। Cells in this layer are shed periodically and are replaced by cells pushed up from the stratum granulosum or stratum lucidum in the case of the palms and soles of the feet. So जिस तरह मैं तुहानू दस्सिया कि हाँ cells die भी हुंदे हन, रीग्रो भी करते हन, रिन्यू भी हुंदे हन, रिप्लेस भी हुंदे हन। सो इत्थे periodically जिहड़े cells जिहड़े हन इस layer दे विच जिहड़े replace हुंदे रहिंदे हन और जिहड़े push उत्थों होके आंदे हन दूसरियां लेयर्स तो वो भी इत्थे आंदे हन, इकट्ठे हुंदे हन और फर्दर जिहड़े है अगे रिन्यू करन च दूसरे वाले सैल्स नूं उन्हां नूं हेल्प करदे हन। The entire layer is replaced during a period of about 4 weeks. So approximately जिन्हों कहंदे हन 4 हफ्ते लगदे हन पूरी entire layer जिहड़ी तुहाडी ए वाली है उन्होंने replace होण दे विच, सैल्स नਵੇਂ बनन च, रिन्यू होण च। So cosmetic procedures such as microdermabrasion help remove some of the dry upper layer and aim to keep the skin looking fresh and healthy. जिस तरह मैं तुहानू दस्सिया कि हाँ बहुत सारियां जिहड़े है मार्केट दे विच आ गए है, कोई स्क्रब है या फेशियल है, उन्हां करके भी उपर वाली जिहड़ी स्किन है उहदे ते जिहड़े डेड सैल्स डिपॉजिट हो जाते हैं उन्हां नूं असीं रिमूव कर सकते हैं सो दैट नीचों फ्रैश हैल्दी लुकिंग जिहड़ी स्किन है साडी निकल के आ जाए। इस तरह ही माइक्रोडर्माब्रेजन जिहड़े है ये प्रोसैस हुंदे हन जिहदे विच हल्का फुल्का स्क्रब किया जाता है या पीलिंग की जाती है स्किन दी, जिहदे नाल कि उपरों स्किन जिहड़ी है वो हट जाती है, डेड स्किन हट जाती है, डेड सैल्स जिहड़े वो रिमूव कर दिते जाते हैं और नीचे जिहड़े है फ्रैश सैल्स जिहड़े है वो फिर तो जनरेट होने स्टार्ट हो जाते हैं। सो ऐसी साडा लैक्चर अज दा सिर्फ एपिडर्मिस लेयर दे उत्ते।
ਸੋ ਡਰਮਿਸ ਲੇਅਰ ਜਿਹੜੀ ਹੈ ਅਸੀਂ ਆਉਣ ਵਾਲੇ ਆਪਣੇ ਸੈਸ਼ਨ ਦੇ ਵਿੱਚ ਉਹਦੇ 'ਚ ਕਵਰ ਕਰਾਂਗੇ ਫਿਰ ਡਿਟੇਲ ਦੇ ਵਿੱਚ। ਸੋ ਐਪੀਡਰਮਿਸ ਲੇਅਰ ਜਿਹੜੀ ਹੈ ਇਹਦੇ ਰਿਗਾਰਡਿੰਗ ਤੁਸੀਂ ਜਿਹੜੇ ਕੁਐਸਚਨਸ ਕੁਐਰੀਜ਼ ਨੇ ਉਹ ਤੁਸੀਂ ਪੁੱਛ ਸਕਦੇ ਹੋ। हेलो 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 मैम। हाँ जी मेरी आवाज आ रही है जी। हाँ जी मैम। मैम गुड मॉर्निंग जी। हाँ जी गुड मॉर्निंग जी। मैम फर्स्ट पिक शो करना जी ਜਿਹੜੀ ਤੁਸੀਂ ਕਰਵਾਈ ਸੀ 3 लेयर वाली। 3 लेयर्स वाली हाँ जी मैम। देखनी है तुसी। हाँ जी ए वाली जी। हेलो आवाज आ रही है मेरी? ए वाली पिक्चर बेटा देखना चाहते हो तुसी? हाँ जी मैम। ठीक है। हेलो हाँ जी ਗੁੱਡ ਆਫਟਰਨੂਨ ਮੈਮ। हाँ जी गुड आफ्टरनून। ਮੈਮ ਕੁਐਸਚਨ ਇਹ ਸੀਗਾ ਕਿ ਜਿਵੇਂ ਜਿਹੜੀ ਆਇਲੀ ਸਕਿਨ ਹੁੰਦੀ ਹੈ ਜਾਂ ਡਰਾਈ ਸਕਿਨ ਹੁੰਦੀਆਂ ਨੇ, ਡਿਫਰੈਂਟ ਟਾਈਪਸ ਆਫ ਸਕਿਨ ਨੇ, ਉਹਨਾਂ ਹਾਂਜੀ। ਦੀ ਲੈਂਥ ਆਫ ਪੋਰ ਕਿੰਨੀ ਹੁੰਦੀਆਂ ਨੇ? ਸੋ ਇਹ ਜਿਹੜੀਆਂ ਟਾਈਪਸ ਆਫ ਸਕਿਨ ਹੈ ਉਹ ਮੈਂ ਆਉਣ ਵਾਲੇ ਸੈਸ਼ਨ 'ਚ ਕਵਰ ਕਰ ਦਵਾਂਗੀ ਸਾਰਾ। ਤੁਸੀਂ ਉਹਦੇ ਤੋਂ ਤੁਹਾਨੂੰ ਆਈਡੀਆ ਹੋ ਜਾਏਗਾ। ਇਸ ਤਰ੍ਹਾਂ ਮੈਂ ਕੋਰਿਲੇਟ ਕਰਾਂਗੀ ਤੇ ਕੋਰਿਲੇਟ ਨਹੀਂ ਕਰ ਪਾਓਗੇ ਵਿਦਆਊਟ ਤੁਸੀਂ ਡਾਇਗਰਾਮਸ ਜਾਂ ਡਿਟੇਲਸ ਦੇ। ਸੋ ਕਮਿੰਗ ਸੈਸ਼ਨ ਦੇ ਵਿੱਚ ਮੈਂ ਜਿਹੜਾ ਟਾਈਪਸ ਆਫ ਸਕਿਨ ਜਦੋਂ ਕਵਰ ਕਰਾਂਗੀ ਫਿਰ ਤੁਸੀਂ ਕੋਰਿਲੇਟ ਕਰ ਲੈਣਾ। ਓਕੇ ਮੈਮ। ਹਾਂਜੀ ਹਾਂਜੀ ਕੁਝ ਹੋਰ ਕਿਸੇ ਨੇ ਪੁੱਛਣਾ ਹੈ ਜੀ? ਹਾਂਜੀ ਹੈਲੋ ਹਾਂਜੀ ਮੈਮ ਜਿਹੜੀ ਤੁਸੀਂ ਐਨਾਟਮੀ ਵਾਲੀ ਪਿਕਚਰ ਦਿਖਾਈ ਹੈ ਨਾ, ਉਹਦੀ ਜਿਹੜੇ ਰਾਈਟ ਅਪ ਹੈ ਉਹ ਕਲੀਅਰ ਨਹੀਂ ਹੋ ਰਿਹਾ। ਪਲੀਜ਼ ਜੇ ਉਹ ਤੁਸੀਂ ਐਨਾਟਮੀ ਵਾਲੀ ਪਿਕਚਰ ਜਿਹੜੀ ਦਿਖਾ ਰਹੇ ਹੋ ਉਹਨੂੰ ਰਾਈਟ ਅਪ ਥੋੜਾ ਦੇਖੋ ਕਲੀਅਰ ਕਰਕੇ। ਇਹ ਵਾਲਾ? ਉਹਦੀ ਜਿਹੜੀ ਹਾਂਜੀ ਹਾਂਜੀ ਇੱਕ ਮਿੰਟ ਜੀ ਦੇਖੋ ਕਲੀਅਰ ਹੋਇਆ ਕੁਝ? ਹਾਂਜੀ ਹਾਂਜੀ ਇਹਨੂੰ ਜ਼ੂਮ ਕਰਕੇ ਦਿਖਾ ਦਿਓ ਤੁਸੀਂ ਤਾਂ ਕਿ ਬੱਚੇ ਸਕਰੀਨਸ਼ਾਟ ਲੈ ਸਕਣ। ਸੋ ਇਹ ਦੇਖੋ ਜੀ, ਇਹ ਫਰਸਟ ਹੈ ਡੈਡ ਸੈਲਸ ਜਿੱਥੇ ਫਲੇਕ ਆਫ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਰਿਮੂਵ ਕਰ ਸਕਦੇ ਹਾਂ। ਟੈਂਪਰੇਰੀ ਵੀ ਹੋ ਸਕਦੇ ਆ, ਨੈਚੁਰਲੀ ਵੀ ਹੁੰਦੇ ਆ, ਔਰ ਸਮਟਾਈਮਸ ਜ਼ਿਆਦਾ ਐਕਸਪੋਜ਼ਰ ਕਰਕੇ ਵੀ ਹੋ ਜਾਂਦੇ ਹਨ। ਸੋ ਇਹ ਵਾਲੇ ਡੈਡ ਸੈਲਸ ਹੁੰਦੇ ਹਨ ਸਭ ਤੋਂ ਪਹਿਲੇ। ਉਸ ਤੋਂ ਬਾਅਦ ਸਾਡਾ ਹੈ ਦੂਸਰੀ ਜਿਹੜੀ ਸਟ੍ਰੈਟਮ ਕੋਰਨੀਅਮ, ਜਿਹਨੂੰ ਕਹਿੰਦੇ ਅਸੀਂ ਟੌਪ ਲੇਅਰ ਆਉਂਦੀ ਹੈ, ਜਿਹੜੀ ਸਭ ਤੋਂ ਜ਼ਿਆਦਾ ਐਕਸਪੋਜ਼ਰ 'ਚ ਰਹਿੰਦੀ ਹੈ। ਸੋ ਇਹ ਸੀ ਸਟ੍ਰੈਟਮ ਲੂਸੀਡਮ। Third layer stratum granulosum, fourth stratum spinosum, stratum basal, और लास्ट ਦੇ ਵਿੱਚ dermis ਹੈ, ਜਿਹਨੂੰ ਮੈਂ ਆਪਣੇ ਨੈਕਸਟ ਸੈਸ਼ਨ ਦੇ ਵਿੱਚ ਕਵਰ ਕਰਾਂਗੀ ਡਿਟੇਲ 'ਚ dermis layer ਨੂੰ। ਕਲੀਅਰ ਹੋਇਆ ਹੈ ਜੀ ਪਿਕਚਰ?
I think ma'am no more queries are there. ਓਕੇ ਸਰ। ਆਪਾਂ ਨੂੰ ਮੀਟਿੰਗ ਐਂਡ ਕਰ ਦੇਣੀ ਚਾਹੀਦੀ ਹੈ ਨਾ, ਕਿਉਂਕਿ ਟਾਈਮ ਹੋ ਗਿਆ ਜੀ ਆਪਣਾ। ਠੀਕ ਹੈ ਸਰ, ਠੀਕ ਹੈ ਜੀ। ਓਕੇ, ਥੈਂਕ ਯੂ। ਸਭ ਦਾ ਮੈਂ ਕਰਨਾ ਚਾਹਾਂਗੀ ਔਰ ਉਸ ਤੋਂ ਬਾਅਦ ਇਹ ਮੇਰੀਆਂ ਡਿਟੇਲਸ ਨੇ, ਕੰਟੈਕਟ ਡਿਟੇਲਸ ਨੇ 9871377361 और ईमेल आईडी भी दे रखी है मैं chauhanpragya@ymail.com। इंस्टाग्राम अकाउंट भी है मेरा pure_aesthetic_pragya। ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ, ਆਪਣੀ ਕੁਐਰੀਜ਼ ਜਿਹੜੀਆਂ ਉਹ ਪੁੱਛ ਸਕਦੇ ਹੋ ਇਸ ਨੰਬਰ ਤੇ ਔਰ ਈਵਨ ਮੇਲ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ ਸਭ ਦਾ ਜੁਆਇਨ ਕਰਨ ਵਾਸਤੇ, ਅਟੈਂਡ ਕਰਨ ਵਾਸਤੇ। ਹੋਪ ਕਰਨੀ ਆ ਕਿ ਕਲਾਸ ਤੁਹਾਨੂੰ ਜਿਹੜੀ ਹੈ ਉਹ ਅੱਛੀ ਲੱਗੀ ਹੋਏਗੀ, ਇਨਫੋਰਮੇਟਿਵ ਰਹੀ ਹੋਏਗੀ। ਥੈਂਕ ਯੂ ਸੋ ਮਚ।